भरम पै भूले। सुत दारा स्यों प्रीत लगाई। एक उत्तम पंथ सुनयो गुर संगत। तेह मलंत जम त्रास मिटाई। एक अरदास पाठ कीरत की। गुर रामदास राखो सरनाई। सुखाओ टल गुर सेविया ऐनिस सहज सुभाए। दर्शन परसिय गुरु कै जन्म मरण दुख जाए। सिफत खसमदी धूरे अरसों कुरसों चटिया। सच्चे पातशाह जन्म जन्म दी कटिया। सच्चे पातशाह माल जन्म जन्म दी कटिया। सतनाम श्री वाहिगुरु साहिब जीओ। वडहंस महला तीजा। रोवै फिरै विचुनिया। मैं फिर सचड़ा है सदा नाले। जिन्नी चलन सही जानिया। सतगुर सेवै नाम संभाला। सदा नाम संभाला सतगुरु है नाले। सतगुर सेव सुख पाया। शब्दे काल मार सच और तार। फिर आवन जान ना होया। सच्चा साहिब सच्ची नाई। वेखै नजर निहाले। रोवै फिरो विचुनिया। मैं फिर सचड़ा है सदा नाले। रोवै फिर विचुनिया। मैं फिर सचड़ा है सदा नाले। वाहिगुरु जी का खालसा वाहिगुरु जी की फतेह। पतित पावन कोट ब्रह्मंडां दे मालक शब्दा अवतार। 10 गुरु साहबान दी हिरदा स्वरूप ए पवित्र बाणी। जिस बाणी नूं पढ़ के जिस बाणी नूं सरवण करके जिथे दुनिया दे तमाम पदार्थ मिलते ने उत्थे नाल नाल मुक्ति की दात भी प्राप्त हुंदी है। आपां इतिहास दे विच ग्रंथां दे विच ये बचन पढ़दे हाँ कि दुनिया दे विच स्वर्गां दे विच एक काम धेन गऊ है। एक कल्प वृक्ष नाम का एक रुख है। कहन लगे देवतियां दे कोल एक ऐसी वस्तु है उहदे कोलों जिहड़ी वस्तु मंग लईए प्राप्त हो जाती है। धन मंग लईए, दुनिया के पदार्थ मंग लईए, घर बार मंग लईए, दुनिया दीयां वस्तुआं मंग लईए मिल जांदियां। पर जे उस कल्प वृक्ष दे कोलों जां काम धेन गऊ दे कोलों मुक्ति मंग लईए मुक्ति प्राप्त नहीं है। मुक्ति देन दी उन्हां दी समर्था नहीं है। पर जिस बाणी नूं असीं अमृत वेले तो सुन रहे हाँ, जिस गुरबाणी नूं अमृत वेले तो पढ़ रहे हाँ, ये बाणी जिथे दुनिया के पदार्थ सानू तमाम पदार्थ दिंदी है, वस्तुआं दिंदी है, सुख दिंदी है, उत्थे नाल नाल ये गुरबाणी सानू मुक्ति की दात भी बख्शिश करती है। मुक्त भी हो जावांगे इस गुरबाणी नूं सरवण करके। ऐसी गुरबाणी दे लड़ आप संगतां लगे हो, अमृत वेले तो सरवण कर रहे हो। लड़ीवार कथा दे अंदर जो सतगुरु जी सानू अज दा उपदेश बख्शिश कर रहे ने, आओ बड़ी भावना दे नाल, सत्कार दे नाल, शरधा दे नाल सतगुरां दे मिठे ते पवित्र बचन सरवण करके लाहा प्राप्त करिए। मिल के आखिए सतनाम
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ। ਰੋਵਹਿ ਫਿਰਹਿ ਵਿਛੁੰਨੀਆਂ, ਮੈਂ ਫਿਰ ਸਚੜਾ ਹੈ ਸਦਾ ਨਾਲੇ। ਅਮਰਦਾਸ ਮਹਾਰਾਜ ਜੀਆਂ ਦਾ ਇਹ ਜੋ ਬਚਨ ਹੈ, ਸ਼ਬਦ ਹੈ, ਆਪਾਂ ਸਰਵਨ ਕਰ ਰਹੇ ਹਾਂ। 4 ਸ਼ਬਦ ਮਹਾਰਾਜ ਜੀਆਂ ਨੇ ਇੱਥੇ ਬਖਸ਼ਿਸ਼ ਕੀਤੇ ਨੇ। 2 ਸ਼ਬਦ ਆਪਾਂ ਪਹਿਲੇ 2 ਦੀਵਾਨਾਂ ਵਿੱਚ ਸਰਵਨ ਕੀਤੇ ਸਨ। ਇਹ ਤੀਸਰਾ ਸ਼ਬਦ ਜੋ ਹੈ ਅੱਜ ਸਾਨੂੰ ਪ੍ਰਾਪਤ ਹੋ ਰਿਹਾ ਹੈ। ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਰੋਵੈ ਹੈ ਪਿਰਹਿ ਵਿਛੁੰਨੀਆਂ। ਪਿਰੀ ਨਾਮ ਪਰਮਾਤਮਾ ਦਾ, ਪਤੀ ਦਾ ਹੈ, ਜਿਹੜੇ ਪਰਮਾਤਮਾ ਦੇ ਨਾਲੋਂ ਵਿਛੜੇ ਹੋਏ ਨੇ ਤੇ ਉਹਨਾਂ ਨੂੰ ਹਰ ਵੇਲੇ ਰੋਣਾ ਪੈਂਦਾ ਹੈ। ਜਨਮ ਲੈਣ ਲੱਗੇ ਉਹਨਾਂ ਦਾ ਰੋਣਾ ਹੋਇਆ, ਜਨਮ ਲੈਂਦੇ ਵੀ ਦੁਨੀਆ ਤੇ ਰੋਂਦੇ ਆਏ। ਫਿਰ ਛੋਟੀ ਉਮਰ ਦੇ ਵਿੱਚ, ਬਚਪਨ ਦੇ ਵਿੱਚ ਕੋਈ ਪਦਾਰਥ ਨਹੀਂ ਮਿਲਿਆ, ਕੋਈ ਵਸਤੂ ਨਹੀਂ ਮਿਲੀ ਹੈ, ਉਦੋਂ ਵੀ ਰੋਂਦੇ ਰਹੇ। ਜਵਾਨ ਹੋ ਗਏ, ਜਵਾਨੀ ਦੇ ਵਿੱਚ ਵੀ ਕਿਸੇ ਨਾ ਕਿਸੇ ਦੁੱਖ ਕਰਕੇ ਰੋਂਦੇ ਨੇ। ਜਦੋਂ ਬਜ਼ੁਰਗ ਹੋ ਗਏ, ਬੁੱਢੇ ਹੋ ਗਏ, ਉਦੋਂ ਵੀ ਰੋਂਦੇ ਨੇ। ਕੋਈ ਬਿਮਾਰੀ ਦੇ ਕਰਕੇ ਰੋਂਦਾ ਪਿਆ, ਕਿਸੇ ਦੀ ਸੰਤਾਨ ਚੰਗੀ ਨਹੀਂ ਹੈ, ਪਰਿਵਾਰ ਚੰਗਾ ਨਹੀਂ ਹੈ, ਰੋਂਦਾ ਪਿਆ। ਮਹਾਰਾਜ ਕਹਿਣ ਲੱਗੇ, ਭਾਈ ਬਚਨ ਇਹ ਹੈ, ਜਿਹੜੇ ਪਰਮਾਤਮਾ ਨੂੰ ਭੁੱਲੇ ਬੈਠੇ ਨੇ, ਰੋਵਹਿ ਪਿਰਹਿ ਵਿਛੁੰਨੀਆਂ, ਜਿਨ੍ਹਾਂ ਨੇ ਪਰਮਾਤਮਾ ਨੂੰ ਭੁੱਲਿਆ ਹੋਇਆ ਹੈ, ਨਹੀਂ ਉਹਦੇ ਨਾਮ ਨੂੰ ਜਪਦੇ, ਨਹੀਂ ਬੰਦਗੀ ਕਰਦੇ, ਉਹ ਸਾਰੀ ਉਮਰ ਰੋਂਦੇ ਹੀ ਰਹਿੰਦੇ ਨੇ। ਰੋਂਦਿਆਂ ਹੀ ਉਹਨਾਂ ਦੀ ਉਮਰਾਂ ਲੰਘ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਾਡਾ ਇਹ ਭੁਲੇਖਾ ਕੱਢਣ ਵਾਸਤੇ, ਸਾਡੇ ਮਨ ਵਿੱਚ ਕਈ ਵਾਰੀ ਇਹ ਭਰਮ ਪੈ ਜਾਂਦਾ ਵੀ ਸ਼ਾਇਦ ਮੈਂ ਅਮੀਰ ਹੋਵਾਂ ਜਾਂ ਮੈਂ ਰਾਜਾ ਬਣ ਜਾਵਾਂ ਤੇ ਮੈਂ ਰੋਵਾਂਗਾ ਨਹੀਂ, ਮੈਂ ਦੁਨੀਆ ਦੇ ਦੁੱਖਾਂ ਤੋਂ ਦੁਖੀ ਨਹੀਂ ਹੋਵਾਂਗਾ। ਇਹ ਭਰਮ ਪੈਦਾ ਹੋ ਜਾਂਦਾ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤਾ, ਕਹਿਣ ਲੱਗੇ, ਦੁਨੀਆ ਦਾ ਰਾਜਾ ਤੇ ਛੱਡ, ਬਣ ਸਕਦਾ, ਕੋਈ ਵੱਡੀ ਗੱਲ ਨਹੀਂ ਹੈ। ਮੰਨ ਲਓ ਤੈਨੂੰ ਸਵਰਗਾਂ ਦਾ ਰਾਜਾ ਬਣਾ ਦਈਏ, ਇੰਦਰ ਬਣਾ ਦਈਏ। ਇੰਦਰ ਪਦਵੀ ਪ੍ਰਾਪਤ ਕਰਨੀ ਸੌਖੀ ਨਹੀਂ ਹੈ। 100 ਜੱਗ ਜਿਹੜਾ ਅਸਵਮੇਧ 100 ਜੱਗ ਕੀਤਾ, ਫਿਰ ਜਾ ਕੇ ਕਿਤੇ ਇੰਦਰ ਰਾਜੇ ਦੀ ਪਦਵੀ ਮਿਲਦੀ ਹੈ। ਪਰ ਜੇ ਪਦਵੀ ਮਿਲ ਵੀ ਗਈ, ਅਸਵਮੇਧ ਜੱਗ ਕਰਨਾ ਸੌਖਾ ਨਹੀਂ ਹੈ। ਘੋੜੇ ਦਾ ਕਲੇਜਾ ਕੱਢ ਕੇ ਅੱਗ ਦੇ ਵਿੱਚ ਉਹਦੀ ਆਹੂਤੀ ਦੇਣੀ, ਉਹਦੇ ਵਿੱਚ ਕਿੰਨਾ ਘੀ ਪਏਗਾ, ਕਿੰਨੇ ਫੁੱਲ ਪੈਣਗੇ, ਕਿੰਨੀਆਂ ਸੁਗੰਧੀ ਦੀਆਂ ਵਸਤੂਆਂ ਪੈਣਗੀਆਂ, ਕਿੰਨੇ ਘੋੜਿਆਂ ਦੀ ਬਲੀ ਹੋਵੇਗੀ ਤੇ ਕਿੰਨੇ ਵੱਡੇ ਵੱਡੇ ਪੰਡਤ ਜਿਹੜੇ ਨੇ ਮੰਤਰਾਂ ਨੂੰ ਸਿੱਧ ਕਰਨ ਵਾਲੇ ਮੰਤਰ ਪੜ੍ਹਨਗੇ। ਵੱਡੇ ਵੱਡੇ ਚੱਕਰਵਰਤੀ ਰਾਜੇ ਜਿਹੜੇ ਸਨ ਪਹਿਲਾਂ, ਉਹ ਇਹੋ ਜਿਹਾ ਜੱਗ ਕਰਦੇ ਸਨ। ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ ਹੈ। ਮੰਨ ਲਓ ਵੀ ਕਿਸੇ ਨੇ ਅਸਵਮੇਧ ਜੱਗ ਵੀ ਕਰ ਲਿਆ, 100 ਜੱਗ ਕਰ ਲਿਆ ਤੇ 100 ਜੱਗ ਕਰਨ ਤੋਂ ਮਗਰੋਂ ਸਵਰਗਾਂ ਦਾ ਰਾਜਾ ਵੀ ਬਣ ਗਿਆ, ਇੰਦਰ ਵੀ ਬਣ ਗਿਆ, ਮੰਨ ਲਿਆ ਜਾਵੇ ਵੀ ਬਣ ਗਿਆ ਹੈ। ਪਰ ਮਹਾਰਾਜ ਨੇ ਗੁਰਬਾਣੀ ਵਿੱਚ ਕੀ ਲਿਖਿਆ? ਸਤਿਗੁਰੂ ਕਹਿਣ ਲੱਗੇ, ਸਹੰਸਰ ਦਾਨ ਦੇ ਇੰਦਰ ਰਵਾਇਆ। ਇੰਦਰ ਵੀ ਤੇ ਰੋਂਦਾ ਪਿਆ ਨਾ, ਸਰਾਫ ਲੈ ਕੇ। ਮਨੁੱਖ ਚਾਹੁੰਦਾ ਮੈਂ ਦੁਨੀਆ ਦਾ ਰਾਜਾ ਬਣ ਜਾਵਾਂ, ਮੰਤਰੀ ਬਣ ਜਾਵਾਂ, ਵੱਡਾ ਅਮੀਰ ਆਦਮੀ ਬਣ ਜਾਵਾਂ ਤੇ ਸ਼ਾਇਦ ਮੈਂ ਰੋਵਾਂਗਾ ਨਹੀਂ। ਦੁਨੀਆ ਦਾ ਛੱਡੋ, ਸਵਰਗਾਂ ਦੇ ਰਾਜੇ ਵੀ ਜੇ ਬਣ ਗਏ ਤੇ ਪਾਤਸ਼ਾਹ ਕਹਿੰਦੇ ਇੰਦਰ ਵੀ ਰੋਂਦਾ ਪਿਆ। ਸਹੰਸਰ ਦਾਨ ਦੇ ਇੰਦਰ ਰਵਾਇਆ। ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਬਚਨ ਹੈ ਵੀ ਇੰਦਰ ਵੀ ਰੋਂਦਾ ਹੈ। ਵੱਡੇ ਤੋਂ ਵੱਡਾ ਸੂਰਮਾ ਬਣ ਗਿਆ, ਜੰਗ ਜਿੱਤਣ ਵਾਲਾ ਬਣ ਗਿਆ। ਇੰਨੀ ਸੂਰਮਤਾਈ ਹੈ, ਇੰਨਾ ਬਲ ਕੋਲ ਹੈ। ਇੱਕ ਬੰਦਾ ਪੂਰੇ ਦੇਸ਼ ਦੀ ਫੌਜ ਦੇ ਨਾਲ ਲੜ ਸਕਦਾ, ਇੱਕ ਬੰਦਾ ਪੂਰੇ ਦੇਸ਼ ਦਾ ਰਾਜ ਆਪਣੀ ਮਰਜ਼ੀ ਨਾਲ ਜਿਹਨੂੰ ਮਰਜ਼ੀ ਦੇ ਸਕਦਾ। ਸਾਡੇ ਕੋਲੋਂ ਤੇ ਪਿੰਡ ਦੀ ਪੰਚਾਇਤ ਨਹੀਂ ਚੁਣੀ ਜਾਂਦੀ ਹੈ, ਸਾਡੇ ਕੋਲੋਂ ਤੇ ਸ਼ਹਿਰ ਦਾ ਐਮਸੀ ਨਹੀਂ ਚੁਣਿਆ ਜਾਂਦਾ, ਸਾਡੇ ਕੋਲੋਂ ਤੇ ਇੱਕ ਮੈਂਬਰ ਨਹੀਂ ਚੁਣਿਆ ਜਾਂਦਾ। ਪਰ ਜੇ ਇੰਨੀ ਤਾਕਤ ਆ ਜਾਵੇ ਵੀ ਦੇਸ਼ ਦਾ ਮੰਤਰੀ ਰਾਜਾ ਮੈਂ ਕਿਹਨੂੰ ਬਣਾਉਣਾ, ਇੰਨੀ ਤਾਕਤ ਵੀ ਕੋਲ ਰੱਖਦਾ ਹੋਵੇ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪਰਸਰਾਮ ਰੋਵੈ ਘਰ ਆਇਆ। ਪਰਸ਼ੂਰਾਮ ਨੇ ਇੱਕ ਵਾਰੀ ਨਹੀਂ 21 ਵਾਰੀ ਆਪਣੀ ਮਰਜ਼ੀ ਦੇ ਨਾਲ ਰਾਜਾ ਬਣਾਇਆ ਸੀ। 21 ਵਾਰੀ ਜੰਗ ਜਿੱਤਿਆ, ਦੇਸ਼ ਨੂੰ ਜਿੱਤਿਆ 21 ਵਾਰੀ।
ਜਿੱਤ ਕੇ 21 ਵਾਰੀ ਆਪਣੀ ਮਨਪਸੰਦ ਦਾ ਰਾਜਾ ਬਿਠਾਇਆ ਵੀ ਆਹ ਰਾਜਾ ਰਾਜ ਕਰੇਗਾ, ਮੈਂ ਇਹਨੂੰ ਪਸੰਦ ਕਰਦਾ। ਤੇ ਜਦੋਂ ਉਸ ਰਾਜੇ ਨੇ ਕਿਤੇ ਹਾਰ ਜਾਣਾ, ਦੁਬਾਰਾ ਫਿਰ ਉਹਨੇ ਜੰਗ ਕਰਨਾ, ਫਿਰ ਤਖਤ ਤੇ ਬਿਠਾਉਣਾ। ਇੱਕ ਵਾਰੀ ਨਹੀਂ 21 ਵਾਰੀ ਰਾਜਿਆਂ ਨੂੰ ਆਪਣੇ ਹੁਕਮ ਦੇ ਵਿੱਚ, ਆਪਣੇ ਬਲ ਦੇ ਤਾਕਤ ਦੇ ਨਾਲ, ਆਪਣੇ ਜਪ ਤਪ ਦੇ ਤਾਕਤ ਦੇ ਨਾਲ ਉਸ ਛਤਰੀ ਨੇ, ਉਸ ਸੂਰਮੇ ਨੇ 21 ਰਾਜੇ ਵਾਰੀ ਵਾਰੀ ਬਣਾਏ। ਪਰ ਮਹਾਰਾਜ ਕਹਿਣ ਲੱਗੇ ਇੰਨੀ ਤਾਕਤ ਵਾਲਾ ਜਿਹਦੇ ਹੱਥ ਵਿੱਚ ਰਾਜਾ ਬਣਾਉਣਾ ਹੈ ਬਣਾ ਸਕਦਾ, ਪਰ ਉਹ ਜਿਹੜਾ ਪਰਸਰਾਮ ਹੈ ਨਾ, ਪਰਸਰਾਮ ਰੋਵੈ ਘਰੇ ਆਇਆ। ਜਦੋਂ ਘਰੇ ਆਇਆ ਨਾ ਆਪਣੇ, ਤੇ ਆਪਣੀ ਮਾਂ ਨੂੰ ਰੋਂਦਿਆਂ ਤੇ ਵਿਧਵਾ ਵੇਖਿਆ ਤੇ ਉਹਨੂੰ ਰੋਣਾ ਪਿਆ। ਜਦੋਂ ਵੇਖਦਾ ਵੀ ਰਾਜਿਆਂ ਨੂੰ ਮੈਂ ਰਾਜ ਦਵਾ ਕੇ ਜੰਗਲ ਨੂੰ ਚਲੇ ਜਾਂਦਾ, ਜਦੋਂ ਮੈਂ ਜੰਗਲ ਵਿੱਚੋਂ ਵਾਪਸ ਆਉਂਦਾ ਇਹ ਫਿਰ ਮੰਗਦੇ ਫਿਰਦੇ ਨੇ। ਰੋਂਦਾ ਹੈ, ਇਹਨਾਂ ਵਾਸਤੇ ਮੈਂ ਇੰਨੀ ਮਿਹਨਤ ਕੀਤੀ ਹੈ, ਇਹਨਾਂ ਵਾਸਤੇ ਮੈਂ ਇੰਨਾ ਜੰਗ ਕੀਤਾ, ਫਿਰ ਵੀ ਰਾਜ ਨਹੀਂ ਕਰ ਸਕੇ। ਸਤਿਗੁਰਾਂ ਨੇ ਇੱਥੇ ਬਚਨ ਲਿਖਿਆ, ਕਹਿਣ ਲੱਗੇ ਰੋਵਹਿ ਪਿਰੀ ਵਿਸ਼ੁੰਨੀਆਂ, ਜਿਹੜੀਆਂ ਪਰਮਾਤਮਾ ਦੇ ਨਾਲੋਂ ਟੁੱਟੀਆਂ ਹੋਈਆਂ ਰੂਹਾਂ ਨੇ ਨਾ, ਸਰੀਰ ਨੇ, ਉਹ ਰੋਂਦੇ ਨੇ। ਇਹ ਮਤਾਂ ਸੋਚ ਵੀ ਮੈਂ ਸਵਰਗਾਂ ਦਾ ਰਾਜਾ ਬਣਾਂਗਾ ਤੇ ਮੈਂ ਰੋਵਾਂਗਾ ਨਹੀਂ, ਮੈਂ ਦੁਨੀਆ ਤੇ ਆਪਣੀ ਮਰਜ਼ੀ ਦਾ ਮੰਤਰੀ ਖੜਾ ਕਰ ਦਿਆਂਗਾ, ਜਿਤਾ ਦਿਆਂਗਾ, ਉਹਨੂੰ ਰਾਜਾ ਵੀ ਬਣਾ ਦਿਆਂਗਾ, ਮੈਂ ਰੋਵਾਂਗਾ ਨਹੀਂ। ਨਹੀਂ, ਐਸੀ ਸਮਰੱਥਾ ਰੱਖਣ ਵਾਲੇ ਵੀ ਰੋਂਦੇ ਪਏ ਨੇ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਰੋਵਹਿ ਪਿਰੇ ਵਿਸ਼ੁੰਨੀਆਂ, ਜਿਹੜੀਆਂ ਰੱਬ ਦੇ ਨਾਲੋਂ ਵਿਛੜੀਆਂ ਨੇ ਉਹਨਾਂ ਨੂੰ ਰੋਣਾ ਹੀ ਪਵੇਗਾ। ਜਨਮ ਤੋਂ ਲੈ ਕੇ ਮਰਨ ਤੱਕ ਰੋਣਾ ਪਵੇਗਾ। ਜਨਮ ਮਿਲਿਆ ਉਦੋਂ ਵੀ ਬੱਚਾ ਰੋਂਦਾ ਹੈ, ਬਚਪਨ ਵਿੱਚ ਚਾਅ ਪੂਰੇ ਨਹੀਂ ਹੋਏ, ਖਿਡੌਣੇ ਨਹੀਂ ਮਿਲੇ, ਖਾਣ ਨੂੰ ਕੋਈ ਚੀਜ਼ ਨਹੀਂ ਮਿਲੀ ਤਾਂ ਵੀ ਰੋਂਦਾ ਹੈ। ਜਵਾਨੀ ਦੇ ਵਿੱਚ ਕਾਰੋਬਾਰ ਨਹੀਂ ਮਿਲਿਆ, ਸੁੱਖ ਨਹੀਂ ਮਿਲੇ ਤਾਂ ਵੀ ਰੋਂਦਾ ਹੈ। ਬੁਢੇਪਾ ਆ ਗਿਆ, ਬਜ਼ੁਰਗ ਹੋ ਗਿਆ, ਬੁੱਢਾ ਹੋ ਗਿਆ, ਹੁਣ ਕੋਈ ਪਰਿਵਾਰ ਦਾ ਮੈਂਬਰ ਗੱਲ ਨਹੀਂ ਸੁਣਦਾ, ਬਿਮਾਰੀਆਂ ਨੇ ਘੇਰ ਲਿਆ, ਹੁਣ ਵੀ ਰੋਂਦਾ ਪਿਆ ਹੈ। ਪਾਤਸ਼ਾਹ ਕਹਿਣ ਲੱਗੇ ਸਾਰੀ ਉਮਰ ਜਨਮ ਤੋਂ ਲੈ ਕੇ ਮਰਨ ਤੱਕ ਇਸ ਜੀਵ ਦੀ ਰੋਂਦਿਆਂ ਹੀ ਲੰਘ ਜਾਂਦੀ ਹੈ, ਕਿਉਂਕਿ ਰੱਬ ਨਾਲੋਂ ਟੁੱਟਿਆ ਹੋਇਆ, ਪਰਮੇਸ਼ਰ ਨਾਲੋਂ ਵਿਛੜਿਆ ਹੋਇਆ, ਤੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਿਹੜਾ ਪਰਮੇਸ਼ਰ ਤੋਂ ਟੁੱਟ ਗਿਆ, ਭੁੱਲ ਗਿਆ, ਰੋਗ ਵੀ ਲੱਗਣਗੇ, ਬਿਪਤਾ ਵੀ ਲੱਗਣਗੀਆਂ, ਰੋਵੇਗਾ ਵੀ। ਤੇ ਪਾਤਸ਼ਾਹ ਬਖਸ਼ਿਸ਼ ਕਰਦੇ, ਮੈਂ ਫਿਰ ਸਚੜਾ ਹੈ ਸਦਾ ਨਾਲੇ, ਮੇਰੇ ਨਾਲ ਪਰਮਾਤਮਾ ਹੈ, ਮੈਂ ਉਹਨੂੰ ਪਾਲਿਆ, ਫਿਰ ਮੈਂ ਕਿਉਂ ਰੋਵਾਂ। ਰੋਂਦੇ ਤੇ ਉਹ ਨੇ ਜਿਨ੍ਹਾਂ ਨੂੰ ਮਿਲਿਆ ਨਹੀਂ, ਪਰ ਮੈਨੂੰ ਮਿਲਿਆ ਹੈ। ਜਿਹਨੂੰ ਮਿਲ ਗਿਆ ਉਹਨੂੰ ਫਿਰ ਰੋਣਾ ਨਹੀਂ ਪੈਂਦਾ, ਉਹ ਰੋਂਦੇ ਨਹੀਂ। ਉਹ ਸੰਸਾਰ ਵਿੱਚ ਮਰਜ਼ੀ ਨਾਲ ਆਏ, ਮਰਜ਼ੀ ਨਾਲ ਗਏ। ਆਪਾਂ ਬਚਨ ਪੜ੍ਹਦੇ ਹਾਂ ਨਾ ਗੁਰਬਾਣੀ ਦਾ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸਈਏ ਆਏ ਸਫਲ ਤਿਨਾਂ ਕੇ ਕੰਮ। ਮਰਜ਼ੀ ਨਾਲ ਆਏ ਜਿਨ੍ਹਾਂ ਨੇ ਪਰਮਾਤਮਾ ਨੂੰ ਪਾਇਆ, ਮਰਜ਼ੀ ਨਾਲ ਦੁਨੀਆ ਤੇ ਰਹਿ, ਮਰਜ਼ੀ ਨਾਲ ਹੀ ਦੁਨੀਆ ਤੋਂ ਗਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਇਆ ਉਹਨਾਂ ਨੂੰ ਰੋਣਾ ਨਹੀਂ ਹੋਇਆ, ਜਿਨ੍ਹਾਂ ਨੇ ਪਰਮੇਸ਼ਰ ਨੂੰ ਨਹੀਂ ਪਾਇਆ ਉਹ ਭਾਵੇਂ ਰਾਜੇ ਨੇ, ਭਾਵੇਂ ਮਹਾਰਾਜੇ ਨੇ, ਭਾਵੇਂ ਸਵਰਗਾਂ ਦੇ ਰਾਜੇ ਨੇ, ਰੋਂਦੇ ਆਏ, ਰੋਂਦੇ ਦੁਨੀਆ ਤੋਂ ਚਲੇ ਗਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਖੀਰ ਤੇ ਲਿਖਿਆ ਜਾ ਕੇ, ਕਹਿਣ ਲੱਗੇ ਨਾਨਕ ਦੁਖੀਆ ਸਭ ਸੰਸਾਰ। ਤੇ ਸਾਰੇ ਸੰਸਾਰ ਵਿੱਚ ਇਕੱਲਾ ਮੈਂ ਨਹੀਂ, ਸਾਰੇ ਸੰਸਾਰ ਵਿੱਚ ਇਕੱਲੇ ਤੁਸੀਂ ਨਹੀਂ ਆਏ। ਸਾਰੇ ਸੰਸਾਰ ਵਿੱਚ ਭਾਵੇਂ ਕੋਈ ਚੋਰ ਹੈ, ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਭੁੱਖਾ ਹੈ, ਭਾਵੇਂ ਕੋਈ ਭਿਖਾਰੀ ਹੈ, ਸਾਰੇ ਸੰਸਾਰ ਵਿੱਚ ਸਾਰੇ ਜੀਵਾਂ ਦੀ ਗਿਣਤੀ ਹੁੰਦੀ ਹੈ। ਤੇ ਸਾਰੀ ਗਿਣਤੀ ਵਿੱਚ ਜਿੰਨੇ ਜੀਵ ਨੇ ਸਾਰੇ ਦੁਖੀ ਹੋਏ ਬੈਠੇ। ਕਿਉਂ? ਪਰਮਾਤਮਾ ਨਾਲੋਂ ਟੁੱਟੇ ਹੋਏ, ਪਰਮਾਤਮਾ ਨਾਲੋਂ ਵਿਛੜੇ ਹੋਏ। ਸਤਿਗੁਰੂ ਫਰਮਾਉਂਦੇ ਰੋਵਹਿ ਪਿਰੇ ਵਿਸ਼ੁੰਨੀਆਂ, ਰੱਬ ਨਾਲੋਂ ਵਿਛੜੀਆਂ ਹੋਈਆਂ ਰੂਹਾਂ, ਰੱਬ ਨਾਲੋਂ ਵਿਛੜੇ ਹੋਏ ਸਰੀਰ, ਗੁਰੂ ਦੇ ਮੰਤਰ ਤੋਂ ਬਾਹਰੀ ਹੋਏ ਜਿਹੜੇ ਸਰੀਰ ਨੇ ਉਹ ਰੋਂਦੇ ਪਏ ਨੇ। ਮੈਂ ਸਚੜਾ, ਮੈਂ ਫਿਰ ਸਚੜਾ ਸਦਾ ਹੈ ਨਾਲੇ, ਪਰ ਮੈਂ ਉਸ ਨੂੰ ਪਾਲਿਆ, ਸਦਾ ਉਹ ਪਰਮਾਤਮਾ ਮੇਰੇ ਨਾਲ ਹੈ, ਮੈਨੂੰ ਰੋਣ ਦੀ ਲੋੜ ਹੀ ਨਹੀਂ। ਮੈਂ ਕਿਉਂ ਰੋਵਾਂ ਦੁਨੀਆ ਦੇ ਵਾਂਗ ਭਾਈ, ਮੈਨੂੰ ਆਪ ਪ੍ਰਾਪਤ ਹੋਇਆ ਹੈ। ਜਿਲਨੇ ਚੱਲਣ ਸਹੀ ਜਾਣਿਆ, ਸਤਿਗੁਰ ਸੇਵਾ ਨਾਲ ਸੰਭਾਲਾ। ਜਿਨ੍ਹਾਂ ਨੇ ਦੁਨੀਆ ਤੋਂ ਜਾਣਾ ਸਹੀ ਜਾਣਿਆ, ਸਹੀ ਜਾਣ ਤੋਂ ਭਾਵ ਕੀ ਹੁੰਦਾ? ਨਿਸ਼ਚੈ ਕੀਤਾ ਵੀ ਇਹ ਗੱਲ ਹੋ ਕੇ ਹੀ ਰਹਿਣੀ ਹੈ,
ਇਹ ਗੱਲ ਤੇ ਅਸੀਂ ਵੀ ਕਹਿੰਦੇ ਆ ਨਾ ਵੀ ਦੁਨੀਆ ਤੋਂ ਜਾਣਾ, ਪਰ ਸਾਡਾ ਮਨ ਨਹੀਂ ਮੰਨਦਾ ਵੀ ਦੁਨੀਆ ਤੋਂ ਜਾਣਾ। ਅਸੀਂ ਉੱਪਰੋਂ ਉੱਪਰੋਂ ਕਹਿੰਦੇ ਆ ਮੈਂ ਚਲੇ ਜਾਣਾ, ਦੁਨੀਆ ਤੇ ਕੀ ਰੱਖਿਆ, ਦੁਨੀਆ ਤੋਂ ਨਾਲ ਲੈ ਕੇ ਕੀ ਜਾਣਾ। ਪਰ ਜੇ ਐਸੇ ਵਿਅਕਤੀ ਨੂੰ ਕਿਹਾ ਜਾਵੇ ਨਾ ਵੀ ਦੁਨੀਆ ਤੋਂ ਜਾਣਾ, ਲਿਆ ਤੇਰੀ ਜੇਬ ਵਿੱਚ ਜੋ ਹੈਗਾ ਦਾਨ ਕਰ ਦੇ, ਤੂੰ ਤੇ ਨਾਲ ਕੁਝ ਲੈ ਕੇ ਨਹੀਂ ਜਾਣਾ, ਤੇ ਉਹ ਦਾਨ ਨਹੀਂ ਕਰੇਗਾ। ਕਹਿਣ ਲੱਗਾ ਨਾ ਇਹ ਨਹੀਂ, ਇਹ ਤੇ ਮੇਰੇ ਕੋਲ ਹੈ, ਮੈਂ ਕਿਹੜਾ ਹੁਣੇ ਚੱਲਿਆ। ਫਿਰ ਤਰੀਕ ਵੱਧ ਜਾਂਦੀ ਹੈ, ਮੈਂ ਹੁਣੇ ਨਹੀਂ ਚੱਲਿਆ, ਹੁਣੇ ਕਹਿੰਦਾ ਪਿਆ ਵੀ ਚਲੇ ਜਾਣਾ, ਦੁਨੀਆ ਤੋਂ ਕੁਝ ਨਹੀਂ ਨਾਲ ਜਾਣਾ। ਪਰ ਜਦੋਂ ਆਖਿਆ ਨਾ ਵੀ ਦੁਨੀਆ ਤੋਂ ਕੁਝ ਨਹੀਂ ਨਾਲ ਜਾਣਾ, ਲਿਆ ਜੋ ਕੁਝ ਹੈਗਾ ਸੋਨਾ ਚਾਂਦੀ ਦਾਨ ਕਰ, ਕਹਿਣ ਲੱਗਾ ਮੈਂ ਕਿਹੜਾ ਹੁਣੇ ਚੱਲਿਆ, ਅਜੇ ਤੇ ਮੇਰੇ ਕੋਲ ਟਾਈਮ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਨਿਸ਼ਚੇ ਨਹੀਂ ਕੀਤਾ ਵੀ ਮੈਂ ਜਾਣਾ, ਉੱਪਰੋਂ ਕਹਿੰਦੇ ਜ਼ਰੂਰ ਆ ਵੀ ਜਾਣਾ, ਪਰ ਮਨ ਕੋ ਨਹੀਂ ਮੰਨਦਾ ਪਿਆ। ਪਰ ਜਿਹੜੇ ਮਹਾਂਪੁਰਖ ਨੇ ਨਾ ਸਾਧੂ, ਉਹਨਾਂ ਨੇ ਨਿਸ਼ਚਾ ਕਰ ਲਿਆ, ਯਕੀਨ ਕਰ ਲਿਆ ਵੀ ਹਾਂ ਚਲੇ ਜਾਣਾ ਹੈ। ਮਹਾਤਮਾ ਨੇ ਨਾ ਧੰਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ, ਤੇ ਕਹਿਣ ਲੱਗੇ ਜਿੱਥੇ ਜਾ ਕੇ ਰਹਿੰਦੇ ਨਾ ਝੁੱਗੀ ਬਣਾ ਲੈਂਦੇ, ਕੱਖ ਇਕੱਠੇ ਕਰਕੇ ਝੁੱਗੀ ਬਣਾ ਲੈਣੀ, ਛੱਪਰ ਪਾ ਲੈਣਾ, 10 ਦਿਨ 15 ਦਿਨ ਮਹੀਨਾ ਉਹਦੇ ਵਿੱਚ ਰਹਿਣਾ, ਇੱਕ ਘੜਾ ਪਾਣੀ ਦਾ ਪੀਣ ਵਾਸਤੇ ਰੱਖਿਆ। ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਇਹ ਵਿਅਕਤੀ ਬੜੀ ਬੰਦਗੀ ਕਰਦਾ, ਲੋਕਾਂ ਨੇ ਆ ਜਾਣਾ, ਕਿਉਂਕਿ ਦੁਨੀਆ ਦਾ ਕੰਮ ਹੈ ਮਤਲਬ ਲੈਣਾ। ਜੇ ਅਸੀਂ ਬਲਦ ਨੂੰ ਪੱਠੇ ਪਾਉਂਦੇ ਆ ਨਾ, ਬਲਦ ਨੂੰ ਘਾਹ ਪਾਉਂਦੇ ਆ, ਤੇ ਅਸੀਂ ਬਲਦ ਦੀ ਸੇਵਾ ਵਾਸਤੇ ਘਾਹ ਨਹੀਂ ਪਾ ਰਹੇ, ਬਲਦ ਨੂੰ ਘਾਹ ਤਾਂ ਪਾਇਆ ਇਹਨੇ ਸਾਡਾ ਹਲ ਖਿੱਚਣਾ ਹੈ, ਇਹ ਹਲ ਵਾਹੇਗਾ, ਅਸੀਂ ਫਸਲ ਬੀਜਾਂਗੇ, ਉਹ ਦਾਣੇ ਸਾਡੇ ਘਰੇ ਆਉਣਗੇ। ਬਲਦ ਨੂੰ ਅਸੀਂ ਘਾਹ ਜ਼ਰੂਰ ਪਾਇਆ, ਬੈਲ ਨੂੰ ਮਤਲਬ ਕਰਕੇ ਪਾਇਆ। ਦੁਨੀਆ ਦੇ ਲੋਕ ਮਹਾਤਮਾ ਦੀ ਸੇਵਾ ਤੇ ਕਰਦੇ ਨੇ, ਮਹਾਂਪੁਰਖਾਂ ਦੀ ਸੇਵਾ ਤੇ ਕਰਦੇ ਨੇ, ਪਰ ਇਸ ਵਾਸਤੇ ਨਹੀਂ ਵੀ ਸੇਵਾ ਕੀਤੀ ਹੈ ਚਲੋ ਠੀਕ ਹੈ, ਨਹੀਂ, ਸੇਵਾ ਤਾਂ ਕੀਤੀ ਹੈ ਇਹਨਾਂ ਕੋਲੋਂ ਮਤਲਬ ਲੈਣਾ, ਇਹ ਸਾਡੀ ਅਰਦਾਸ ਕਰੇਗਾ, ਇਹ ਸਾਨੂੰ ਕੋਈ ਚੰਗਾ ਬਚਨ ਕਰੇਗਾ, ਸਾਡਾ ਭਲਾ ਹੋਵੇਗਾ, ਤਾਂ ਕੀਤੀ ਸੇਵਾ। ਤੇ ਜਦੋਂ ਪਤਾ ਲੱਗਣਾ ਵੀ ਇਹ ਬੜੇ ਭਜਨੀਕ ਨੇ, ਜਦੋਂ ਕਿਸੇ ਨੇ ਆਉਣ ਲੱਗ ਪੈਣਾ, ਉਹਨਾਂ ਨੇ ਰਾਤੋਂ ਰਾਤ ਉਹ ਝੁੱਗੀ ਨੂੰ ਛੱਡ ਕੇ ਅੱਗੇ ਚਲੇ ਜਾਣਾ ਤੇ ਝੁੱਗੀ ਨੂੰ ਅੱਗ ਲਾ ਦੇਣੀ। ਕਿਹੜਾ ਸਦਾ ਰਹਿਣਾ, ਪੱਕਾ ਮਕਾਨ ਬਣਾਉਣ ਦੀ ਲੋੜ ਹੀ ਨਹੀਂ। 10 15 20 ਕਿਲੋਮੀਟਰ ਅੱਗੇ ਚਲੇ ਗਏ, 50 ਕਿਲੋਮੀਟਰ ਅੱਗੇ ਚਲੇ ਗਏ, ਹੁਣ ਇੱਥੇ ਕੋਈ ਨਹੀਂ ਜਾਣਦਾ, ਚਲੋ ਇੱਥੇ ਬੈਠ ਕੇ ਨਾਮ ਜਪੀਏ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਨਿਸ਼ਚੇ ਕੀਤਾ, ਸਹੀ ਕੀਤਾ ਵੀ ਹਾਂ ਜਾਣਾ ਹੀ ਹੈ, ਐਸੇ ਮਹਾਂਪੁਰਖ ਜਿਨੀ ਚੱਲਣ ਸਹੀ ਜਾਣਿਆ, ਸਤਿਗੁਰ ਸੇਵਾ ਨਾਮ ਸੰਭਾਲੇ। ਉਹਨਾਂ ਨੇ ਫਿਰ ਨਾਮ ਹੀ ਜਪਿਆ, ਨਾਮ ਨੂੰ ਹੀ ਸੰਭਾਲਦੇ, ਗੁਰੂ ਦੀ ਸੇਵਾ ਕਰਦੇ। ਮੈਂ ਸੇਵਾ ਥੋੜੀ ਨਹੀਂ ਬਹੁਤੀ ਕਰਾਂਗਾ, ਬਹੁਤੀ ਨਹੀਂ ਹੋਰ ਬਹੁਤੀ ਕਰਾਂਗਾ, ਮੈਂ ਗੁਰੂ ਨੂੰ ਯਾਦ ਕੀਤਾ ਹੋਰ ਯਾਦ ਕਰਾਂਗਾ, ਜਿੰਨਾ ਕਰ ਲਵਾਂ ਉਨਾ ਹੀ ਲਾਭ ਹੈ। ਅੱਜ ਦਾ ਸਮਾਂ ਤੇ ਬਦਲਿਆ ਹੈ ਨਾ, ਪਹਿਲੇ ਸਮੇਂ ਵਿੱਚ ਲੋਕ ਕਿਸੇ ਦੇ ਕੋਲੋਂ ਮੰਗਵੀਂ ਚੀਜ਼ ਲੈ ਆਉਂਦੇ, ਉਧਾਰੀ ਚੀਜ਼ ਲੈ ਆਉਂਦੇ। ਮੰਨ ਲਓ ਕਿਸੇ ਦਾ ਟਰੈਕਟਰ ਟਰਾਲੀ ਮੰਗ ਕੇ ਲੈ ਆਂਦਾ ਵੰਗਾਰ ਦੇ ਤੌਰ ਤੇ ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਲੱਗੇ ਰਹਿਣਾ ਵੀ ਇਹ ਮੰਗ ਕੇ ਲਿਆਂਦਾ, ਜਿੰਨਾ ਲਾਭ ਲਿਆ ਜਾਂਦਾ ਲੈ ਲਈਏ। ਦੇਣਾ ਤੇ ਹੈ, ਆਸਾਨ ਵੀ ਚੁੱਕਣਾ ਅਗਲੇ ਦਾ, ਪਰ ਕੰਮ ਵੀ ਪੂਰਾ ਨਾ ਹੋਵੇ ਤੇ ਫਾਇਦਾ ਕੀ ਹੋਇਆ। ਭਾਵੇਂ 4 ਬੰਦੇ ਵੱਧ ਲਾਉਣੇ ਪੈਣ, ਪਰ ਪੂਰੇ ਦਾ ਪੂਰਾ ਅਹਿਸਾਨ ਦਾ ਮੁੱਲ ਲਿਆ ਵੀ ਹੁਣ ਆਸਾਨ ਤੇ ਚੁੱਕਿਆ ਹੀ ਹੈ, ਇਸ ਵਸਤੂ ਦਾ ਲਾਭ ਲੈ ਲਈਏ। ਕੋਈ ਵੀ ਅਸੀਂ ਚੀਜ਼ ਮੰਗਵੀਂ ਲੈ ਕੇ ਆਉਂਦੇ ਹਾਂ, ਜਿਹੜਾ ਕੰਮ ਅਸੀਂ ਨਹੀਂ ਕਰਨਾ ਜਾਂ 10 ਦਿਨਾਂ ਬਾਅਦ ਕਰਨਾ ਹੁੰਦਾ, ਉਹ ਵੀ ਸੋਚੀਦਾ ਵੀ ਹੁਣ ਚੀਜ਼ ਲੈ ਕੇ ਆਂਦੀ ਹੈ, ਇਹ ਵੀ ਹੁਣ ਨਿਬੇੜ ਹੀ ਲਈਏ ਨਾਲ ਦੇ ਨਾਲ, ਕਿਉਂਕਿ ਲਿਆਂਦੀ ਹੈ, ਇਹ ਸਾਡੇ ਕੋਲ ਨਹੀਂ ਰਹਿਣੀ, ਇਹ ਜਿਹਦੀ ਹੈ ਉਹਨੇ ਲੈ ਜਾਣੀ ਹੈ। ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਨੇ ਨਾ, ਉਹ ਜਾਣਦੇ ਨੇ ਵੀ ਇਹ ਸਰੀਰ ਮੰਗਵਾ ਹੈ, ਰੱਬ ਦਾ ਦਿੱਤਾ ਹੋਇਆ, ਕੁਝ ਚਿਰ ਵਾਸਤੇ ਹੈ ਸਾਡੇ ਕੋਲ। ਇਸ ਸਰੀਰ ਦੇ ਨਾਲ ਜਿੰਨੀ ਸੇਵਾ ਹੁੰਦੀ ਹੈ ਕਰ ਲਈਏ, ਜਿੰਨਾ ਨਾਮ ਜਪਿਆ ਜਾਂਦਾ ਜਪ ਲਈਏ, ਕਿਉਂਕਿ ਇਹ ਸਰੀਰ ਮੰਗਵੀ ਚੀਜ਼ ਦੇ ਵਾਂਗ ਸਦਾ ਸਾਡੇ ਕੋਲ ਨਹੀਂ ਰਹਿਣਾ। ਜਿਸ ਦੀ ਵਸਤੂ ਹੈ ਨਾ, ਉਹਨੇ ਆਪਣੀ ਵਸਤੂ ਆਪਣੇ ਘਰੇ ਲਿਜਾਣੀ ਹੈ, ਤੈਨੂੰ ਇੱਕ ਦਿਨ ਵਾਸਤੇ ਦਿੱਤੀ ਹੈ, ਤਾਂ ਅਸੀਂ ਉਹਦਾ ਲਾਭ ਲਿਆ ਵੱਧ ਤੋਂ ਵੱਧ ਮਿਹਨਤ ਕਰਕੇ। ਤੇ ਸਰੀਰ ਦਿੱਤਾ ਪਰਮਾਤਮਾ ਨੇ, ਤੇ ਪਰਮਾਤਮਾ ਨੇ ਵਾਪਸ ਲੈ ਲੈਣਾ, ਇਸ ਕਰਕੇ ਇਹਦਾ ਲਾਭ ਜਿਹੜਾ ਨਾ ਫਿਰ ਮਹਾਂਪੁਰਖ ਲੈਂਦੇ, ਸਵਾਸ ਸਵਾਸ ਨਾਮ ਜਪ ਕੇ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਗੁਰੂ ਅੰਗਦ ਸਾਹਿਬ ਦੇ ਬਚਨ ਨੇ, ਜਿਨ੍ਹਾਂ ਨੇ ਸਹੀ ਜਾਣਿਆ ਨਾ ਵੀ ਦੁਨੀਆ ਤੋਂ ਜਾਣਾ, ਵਿਸਥਾਰ ਵਿੱਚ ਨਹੀਂ ਪੈਂਦੇ, ਉਹ ਮਹਿਲਾਂ ਦੇ ਬਣਾਉਣ ਵਿੱਚ ਨਹੀਂ ਪੈਂਦੇ,
ਉਹ ਧਨ ਨੂੰ ਜੋੜਨ ਵਿੱਚ ਨਹੀਂ ਪੈਂਦੇ। ਪਤਾ ਦੁਨੀਆ ਤੋਂ ਜਾਣਾ ਪਰ ਨਾਲ ਕੁਝ ਨਹੀਂ ਜਾਣਾ। ਜਿੰਨੀ ਚੱਲਣ ਸਹੀ ਜਾਣਿਆ, ਸਹੀ ਤੋਂ ਭਾਵ ਹੈ ਨਿਸ਼ਚੇ ਕੀਤਾ, ਭਰੋਸਾ ਕੀਤਾ ਵੀ ਹਾਂ ਜ਼ਰੂਰ ਹੀ ਚਲੇ ਜਾਣਾ ਹੈ। ਜਿਨ੍ਹਾਂ ਨੂੰ ਯਕੀਨ ਆ ਗਿਆ ਇਸ ਗੱਲ ਤੇ, ਸਤਿਗੁਰ ਸੇਵੈ ਨਾਮ ਸੰਭਾਲੇ, ਉਹ ਨਾਮ ਨੂੰ ਸੰਭਾਲਦੇ, ਨਾਮ ਨੂੰ ਯਾਦ ਕਰਦੇ ਔਰ ਨਾਲ ਨਾਲ ਗੁਰੂ ਦੀ ਸੇਵਾ ਕਰਕੇ ਪ੍ਰਸੰਨਤਾ ਲੈਂਦੇ ਹਨ। ਸਦਾ ਨਾਮ ਸੰਭਾਲੈ ਸਤਿਗੁਰ ਹੈ ਨਾਲੇ, ਸਤਿਗੁਰ ਸੇਵ ਸੁਖ ਪਾਇਆ। ਜਿਨ੍ਹਾਂ ਨੇ ਨਾਮ ਜਪਿਆ ਹੈ ਗੁਰੂ ਉਹਨਾਂ ਦੇ ਅੰਗ ਸੰਗ ਹੈ। ਜਿਨ੍ਹਾਂ ਨੇ ਨਾਮ ਸਿਮਰਿਆ, ਬਾਣੀ ਪੜ੍ਹੀ ਹੈ ਤੇ ਗੁਰੂ ਹੈ ਵੀ ਉਹਨਾਂ ਦੇ ਨਾਲ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਨੇ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ। ਜਿੰਨਾ ਚਿਰ ਨਿਆਰੇ ਰਹੋਗੇ ਨਾ ਦੁਨੀਆ ਤੋਂ, ਭਰਮਾਂ ਵਿੱਚ ਨਹੀਂ ਪਵੋਗੇ, ਪਖੰਡਾਂ ਵਿੱਚ ਨਹੀਂ ਪਵੋਗੇ, ਕੁਕਰਮਾਂ ਵਿੱਚ ਨਹੀਂ ਪਵੋਗੇ, ਦੁਨੀਆ ਤੋਂ ਵੱਖਰੇ ਹੋ ਕੇ ਨਾਮ ਨੂੰ ਜਪੋਗੇ, ਸਿਮਰਨ ਕਰੋਗੇ, ਗੁਰੂ ਦੇ ਦੱਸੇ ਸਿਧਾਂਤ 'ਤੇ ਚੱਲੋਗੇ। ਗੁਰੂ ਇਹ ਬਖਸ਼ਿਸ਼ ਕਰਦੇ ਨੇ, ਮੈਂ ਆਪਣੇ ਉਸ ਸਿੱਖ ਦੇ ਹਰ ਵੇਲੇ ਨਾਲ ਹਾਂ, ਕਦੇ ਉਹਦੀ ਪਿੱਠ ਨਹੀਂ ਲੱਗਣ ਦੇਵਾਂਗਾ। ਸਦਾ ਨਾਮ ਸੰਭਾਲੇ ਸਤਿਗੁਰ ਹੈ ਨਾਲੇ। ਜਿਨ੍ਹਾਂ ਨੇ ਨਾਮ ਜਪਿਆ ਗੁਰੂ ਉਹਨਾਂ ਦੇ ਹਰ ਵੇਲੇ ਨਾਲ ਹੈ। ਤੇ ਨਾਮ ਕਿਹਨੇ ਜਪਿਆ? ਭਗਤ ਪ੍ਰਹਿਲਾਦ ਨੇ। ਤੇ ਫਿਰ ਪਰਮੇਸ਼ਰ ਨਾਲ ਹੀ ਹੈ ਨਾ, ਉਹਦੀ ਪਿੱਠ ਨਹੀਂ ਲੱਗਣ ਦਿੱਤੀ ਪ੍ਰਹਿਲਾਦ ਦੀ। ਜਿਨ੍ਹਾਂ ਨੇ ਨਾਮ ਜਪਿਆ ਭਾਈ ਬਿਧੀ ਚੰਦ ਵਰਗਿਆਂ ਨੇ, ਤੇ ਗੁਰੂ ਨਾਲ ਹੈ। ਤਪਦਾ ਹੋਇਆ ਭੱਠ ਵੀ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਿਆ। ਜਿਹੜੇ ਨਾਮ ਜਪਦੇ, ਬੰਦਗੀ ਕਰਦੇ, ਇਹ ਸਾਖੀਆਂ ਨੇ ਸਾਡੇ ਧਰਮ ਦੀਆਂ, ਸਾਡੇ ਮਤ ਦੀਆਂ, ਗੁਰਸਿੱਖਾਂ ਦੀਆਂ। ਜਿਨ੍ਹਾਂ ਨੇ ਨਾਮ ਜਪਿਆ ਸਤਿਗੁਰ ਹੈ ਨਾਲੇ, ਗੁਰੂ ਉਹਨਾਂ ਦੇ ਹਰ ਵੇਲੇ ਨਾਲ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਤਿਗੁਰ ਸੇਵ ਸੁਖ ਪਾਇਆ। ਗੁਰੂ ਦੀ ਸੇਵਾ ਕਰਕੇ ਸੁਖ ਹੀ ਸੁਖ ਮਿਲਦਾ ਹੈ, ਕਦੇ ਦੁੱਖ ਨਹੀਂ ਮਿਲਦਾ। ਅਸੀਂ ਕਈ ਵਾਰੀ ਸੋਚਦੇ ਹਾਂ, ਮੈਂ 2 ਮਹੀਨੇ ਝਾੜੂ ਫੇਰਿਆ, ਮੈਂ 4 ਮਹੀਨੇ ਪੋਚਾ ਲਾਇਆ, ਮੈਂ 6 ਮਹੀਨੇ ਗੁਰੂ ਘਰ ਗਿਆ, ਮੈਂ ਬਰਤਨ ਸਾਫ਼ ਕੀਤੇ, ਮੈਨੂੰ ਤੇ ਕੁਝ ਮਿਲਿਆ ਹੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੈਨੂੰ ਪਤਾ ਹੀ ਨਹੀਂ ਲੱਗਾ ਵੀ ਤੈਨੂੰ ਦੇ ਕੀ ਦਿੱਤਾ ਸੇਵਾ ਨੇ। ਸਤਿਗੁਰ ਸੇਵ ਸੁਖ ਪਾਇਆ। ਸੁਖ ਜਿਹੜਾ ਨਾ ਦੁਨੀਆ ਤੋਂ ਮੁੱਲ ਨਹੀਂ ਮਿਲਦਾ। ਕਿਸੇ ਡਾਕਟਰ ਕੋਲ, ਕਿਸੇ ਵੈਦ ਕੋਲ, ਕਿਸੇ ਦੁਕਾਨ 'ਤੇ, ਕਿਸੇ ਬਾਜ਼ਾਰ ਵਿੱਚ ਚਲੇ ਜਾਓ, ਜਿੰਨੇ ਪੈਸੇ ਚਾਹੀਦੇ ਮੇਰੇ ਤੋਂ ਲੈ ਲਓ, ਪਰ ਮੈਨੂੰ ਸੁਖ ਦੇ ਦਿਓ, ਸੁਖ ਮੁੱਲ ਨਹੀਂ ਮਿਲੇਗਾ। ਕਿੱਥੋਂ ਮਿਲਦਾ? ਸੇਵਾ ਦੇ ਵਿੱਚੋਂ। ਕਿੱਥੋਂ ਮਿਲਦਾ? ਸਿਮਰਨ ਦੇ ਵਿੱਚੋਂ। ਸੁਖ ਕਿੱਥੋਂ ਮਿਲਦਾ? ਗੁਰੂ ਦੇ ਕੀਤੇ ਹੋਏ ਬਚਨਾਂ ਦੇ ਵਿੱਚੋਂ, ਕਮਾਏ ਹੋਏ ਜੀਵਨ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਸ਼ਬਦੇ ਕਾਲ ਮਾਰ ਸੱਚ ਔਰ ਧਾਰ, ਫਿਰ ਆਵਣ ਜਾਣ ਨਾ ਹੋਇਆ। ਪਾਤਸ਼ਾਹ ਕਹਿੰਦੇ, ਸ਼ਬਦੇ ਸੱਚ ਔਰ ਧਾਰ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਸੱਚਾ ਜਾਣ ਕੇ ਆਪਣੇ ਹਿਰਦੇ ਵਿੱਚ ਧਾਰਿਆ ਹੈ, ਹਿਰਦੇ ਵਿੱਚ ਉਤਾਰਿਆ ਹੈ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਮੰਨ ਲਿਆ ਹੈ, ਪਾਤਸ਼ਾਹ ਕਹਿਣ ਲੱਗੇ ਕਾਲ ਮਾਰ। ਉਹਨਾਂ ਨੇ ਤੇ ਕਾਲ ਨੂੰ ਵੀ ਮਾਰ ਕੇ ਪਰੇ ਕਰ ਦਿੱਤਾ। ਜੰਮ ਵੀ ਉਹਦਾ ਕੁਝ ਨਹੀਂ ਵਿਗਾੜ ਸਕਦਾ। ਕਹੋ ਕਬੀਰ ਦਰ ਕਾਗਦ ਫਾਰੈ, ਜਾਂ ਨਾਨਕ ਲੇਖਾ ਸਮਝਾ। ਧਰਮ ਰਾਏ ਅਬ ਕਹਾਂ ਕਰੇਗੋ। ਬਾਣੀ ਦਾ ਬਚਨ ਹੈ, ਹੁਣ ਸਾਡਾ ਧਰਮ ਰਾਜਾ ਕੀ ਵਿਗਾੜੇਗਾ? ਸਾਡਾ ਤੇ ਲੇਖਾ ਹੀ ਮਾਫ ਹੋ ਗਿਆ, ਲੇਖਾ ਹੀ ਖਤਮ ਹੋ ਗਿਆ। ਜੇ ਕਿਸੇ ਬੰਦੇ ਨੇ ਗੁਨਾਹ ਨਾ ਕੀਤਾ ਹੋਵੇ, ਜਾਂ ਤੁਹਾਡੀ ਗੱਡੀ ਦੇ ਕਾਗਜ਼ ਪੱਤਰ ਪੂਰੇ ਨੇ, ਤੁਸੀਂ ਨਾਕੇ ਤੋਂ ਨਹੀਂ ਡਰੋਗੇ ਵੀ ਪੁਲਿਸ ਖਲੋਤੀ ਹੈ। ਤੁਸੀਂ ਰਾਤ ਨੂੰ ਚੈਨ ਦੀ ਨੀਂਦ ਸੌਂਗੇ। ਪਰ ਜਿਹੜੇ ਚੋਰ ਨੇ, ਡਾਕੂ ਨੇ, ਮਾੜਾ ਕਰਨ ਵਾਲੇ, ਉਹਨਾਂ ਨੂੰ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ। ਰਾਤ ਨੂੰ ਵੀ ਡਰ ਬਣਿਆ ਰਹਿੰਦਾ ਵੀ ਕਦੇ ਕੋਈ ਚੁੱਕੇ ਨਾ ਲੈ ਜਾਵੇ। ਗੱਡੀ ਚਲਾਉਂਦਿਆਂ ਦੂਰ ਤੱਕ ਡਰ ਰਹਿੰਦਾ, ਮੈਨੂੰ ਕੋਈ ਰੋਕ ਨਾ ਲਵੇ, ਕਿਉਂਕਿ ਮਨ ਵਿੱਚ ਚੋਰ ਹੈ, ਮਨ ਵਿੱਚ ਪਾਪ ਹੈ, ਮਨ ਵਿੱਚ ਗੁਨਾਹ ਹੈ। ਪਰ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਸੱਚ ਨੂੰ ਹਿਰਦੇ ਵਿੱਚ ਧਾਰ ਲਿਆ ਨਾ, ਉਹਨਾਂ ਨੂੰ ਦੁਨੀਆ ਦੇ ਡਰ ਦੀ ਤੇ ਗੱਲ ਛੱਡੋ, ਉਹਨਾਂ ਨੂੰ ਤਾਂ ਜਮਾਂ ਦਾ ਡਰ ਨਹੀਂ ਰਹਿੰਦਾ। ਜਮ ਮੇਰਾ ਕੀ ਵਿਗਾੜੇਗਾ? ਮੇਰੇ ਕੋਲ ਨਾਮ ਦੇ ਕਾਗਜ਼ ਪੂਰੇ ਨੇ, ਨਾਮ ਮੇਰੇ ਕੋਲ ਹੈ, ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ। ਗੁਰਮੁਖਾਂ ਦੇ ਕੋਲੋਂ ਤੇ ਕਾਲ ਵੀ ਭੈ ਖਾਂਦਾ, ਮੌਤ ਵੀ ਭੈ ਖਾਂਦੀ ਹੈ, ਜਮ ਵੀ ਭੈ ਖਾਂਦੇ ਨੇ। ਨਾਲ ਨਰਾਇਣ ਮੇਰਾ ਜਮਦੂਤ ਨਾ ਆਵੇ ਨੇੜੇ। ਜਮ ਵੀ ਨੇੜੇ ਨਹੀਂ ਆਉਂਦਾ, ਪਰੇ ਪਰੇ ਰਹਿੰਦਾ, ਪਾਸੇ ਪਾਸੇ ਰਹਿੰਦਾ। ਨਾਮ ਦੀ ਐਸੀ ਮਹਿਮਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸ਼ਬਦੇ ਸਾਚ ਔਰ ਧਾਰ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੇ ਨਾਲ ਸੱਚ ਨੂੰ ਹਿਰਦੇ ਵਿੱਚ ਧਾਰਿਆ, ਕਾਲ ਮਾਰ। ਉਹਨਾਂ ਨੇ ਤੇ ਮੌਤ ਨੂੰ ਵੀ ਮਾਰ ਲਿਆ ਭਾਈ।
ਉਹ ਮਰਜ਼ੀ ਦੇ ਮਾਲਕ ਨੇ, ਜਦੋਂ ਚਾਹੁਣ ਦੁਨੀਆ ਤੇ ਆਉਂਦੇ, ਜਦੋਂ ਚਾਹੁਣ ਦੁਨੀਆ ਤੋਂ ਜਾਂਦੇ। ਤੇ ਫਿਰ ਆਵਣ ਜਾਣ ਨਾ ਹੋਇਆ, ਉਹ ਨਾ ਜਨਮ ਲੈ ਕੇ ਆਉਂਦੇ ਨੇ ਬੱਧੇ ਹੋਏ ਕਰਮਾਂ ਦੇ, ਨਾ ਮਰ ਕੇ ਦੁਨੀਆ ਤੋਂ ਜਾਂਦੇ ਬੱਧੇ ਹੋਏ ਕਰਮਾਂ ਦੇ। ਉਹਨਾਂ ਦਾ ਆਉਣਾ ਜਾਣਾ ਨਹੀਂ ਹੁੰਦਾ ਹੈ। ਸੱਚਾ ਸਾਹਿਬ ਸੱਚੀ ਨਾਈ, ਵੇਖੈ ਨਦਰ ਨਿਹਾਲੇ। ਸਾਰੇ ਅਕਾਲ ਪੁਰਖ ਜੀ ਸੱਚੇ ਨੇ ਭਾਈ, ਪਰਮੇਸ਼ਰ ਸੱਚਾ ਹੈ। ਤੇ ਸੱਚੀ ਨਾਈ, ਨਾਈ ਨਾਮ ਹੈ ਵਡਿਆਈ ਦਾ, ਸ਼ੋਭਾ ਦਾ। ਪਰਮਾਤਮਾ ਦੀ ਵਡਿਆਈ ਵੀ ਸੱਚੀ ਹੈ, ਸਾਡੀ ਵਡਿਆਈ ਸੱਚੀ ਨਹੀਂ ਹੈ। ਅਸੀਂ 2 ਮਿੰਟ ਕਿਸੇ ਕੋਲ ਖਲੋਵਾਂਗੇ, ਅਗਲਾ ਸਾਡੀ ਵਡਿਆਈ ਕਰੇਗਾ, ਇਹ ਬੜਾ ਚੰਗਾ ਹੈ ਜੀ, ਇਹ ਬੜਾ ਪਰਉਪਕਾਰੀ ਹੈ ਜੀ, ਇਹ ਬੜਾ ਭਲਾ ਹੈ ਜੀ। ਥੋੜ੍ਹਾ ਜਿਹਾ ਅਸੀਂ ਪਿੱਠ ਘੁਮਾਈ ਨਹੀਂ, ਉਸੇ ਮੂੰਹ ਦੇ ਨਾਲ ਆਖੇਗਾ ਇਹ ਬੰਦਾ ਬਹੁਤ ਖਰਾਬ ਹੈ, ਬਹੁਤ ਮਾੜਾ ਹੈ, ਇਹ ਚੰਗਾ ਨਹੀਂ ਹੈ। ਸਾਡੀ ਤੇ ਵਡਿਆਈ ਵੀ ਝੂਠੀ ਹੈ। ਜਿੰਨਾ ਚਿਰ ਕੋਲ ਖਲੋਤੇ ਆ ਉਹਨਾਂ ਚਿਰ ਪਿੱਠ ਘੁਮਾਈ ਹੈ, ਸਾਡੇ ਔਗਣ ਬਾਹਰ ਆ ਗਏ। ਪਰਮਾਤਮਾ ਇਹੋ ਜਿਹਾ ਹੈ, ਉਹ ਆਪ ਵੀ ਸੱਚਾ ਹੈ, ਉਹਦੀ ਵਡਿਆਈ ਵੀ ਸੱਚੀ ਹੈ। ਤੇ ਸਤਿਗੁਰੂ ਬਖਸ਼ਿਸ਼ ਕਰਦੇ, ਵੇਖਿਆ ਨਜ਼ਰ ਨਿਹਾਲੇ। ਜਿਨ੍ਹਾਂ ਵੱਲੋਂ ਵੇਖਦਾ ਨਾ ਮਿਹਰ ਦੀ ਨਜ਼ਰ ਦੇ ਨਾਲ, ਉਹਨਾਂ ਨੂੰ ਨਿਹਾਲ ਹੀ ਕਰੀ ਜਾਂਦਾ, ਨਿਹਾਲ ਹੀ ਕਰੀ ਜਾਂਦਾ, ਐਸੀ ਦਾਤ ਪ੍ਰਾਪਤ ਹੁੰਦੀ ਹੈ। ਰੋਵਹਿ ਫਿਰੋ ਵਿਛੁੰਨੀਆਂ, ਮੈਂ ਫਿਰ ਸਚੜਾ ਹੈ ਸਦਾ ਨਾਲੇ। ਜੀਵ ਇਸਤਰੀਆਂ ਰੱਬ ਨਾਲੋਂ ਵਿਛੜੀਆਂ ਨੇ, ਜਿਹੜੇ ਸਰੀਰ ਪਰਮੇਸ਼ਰ ਨਾਲੋਂ ਵਿਛੜ ਗਏ ਨੇ, ਵਿਛੜ ਕੇ ਵੀ ਉਹਨੂੰ ਚੇਤੇ ਨਹੀਂ ਕਰਦੇ, ਉਹ ਸਦਾ ਹੀ ਰੋਂਦੇ ਰਹਿੰਦੇ ਨੇ। ਜਨਮ ਤੋਂ ਲੈ ਕੇ ਮੌਤ ਤੱਕ ਹਰੇਕ ਜ਼ਿੰਦਗੀ ਦੇ ਹਰੇਕ ਪੜਾਅ 'ਤੇ ਤੁਹਾਨੂੰ ਰੋਂਦੇ ਹੀ ਮਿਲਣਗੇ। ਜ਼ਿੰਦਗੀ ਦਾ ਕੋਈ ਪੜਾਅ ਹੋਵੇ, ਭਾਵੇਂ ਪੜ੍ਹਾਈ ਦਾ, ਭਾਵੇਂ ਨੌਕਰੀ ਦਾ, ਭਾਵੇਂ ਰਿਟਾਇਰਮੈਂਟ ਦਾ ਹੈ, ਭਾਵੇਂ ਆਪਣੇ ਵਿਆਹ ਦਾ, ਤੇ ਭਾਵੇਂ ਪੋਤਰਿਆਂ ਦੇ ਵਿਆਹ ਦਾ, ਕੋਈ ਵੀ ਪੜਾਅ ਆ ਜਾਵੇ, ਰੱਬ ਨੂੰ ਭੁੱਲੇ ਹੋਏ ਰੋਂਦੇ ਪੈ ਰੋਂਦੇ ਰਹਿਣਗੇ। ਪਰ ਜਿਨ੍ਹਾਂ ਨੇ ਉਸ ਨੂੰ ਪਾਲਿਆ, ਕਹਿਣ ਲੱਗੇ ਉਹਨਾਂ ਦਾ ਰੋਣਾ ਖਤਮ ਹੋ ਜਾਂਦਾ ਹੈ। ਪ੍ਰਭ ਮੇਰਾ ਸਾਹਿਬ ਸਬਦ ਉੱਚਾ ਹੈ, ਕਿਵ ਮਿਲਾਂ ਪ੍ਰੀਤਮ ਪਿਆਰੇ। ਭਾਈ ਸਾਰਿਆਂ ਤੋਂ ਉੱਚਾ ਹੈ। ਦੁਨੀਆ ਦੀ ਕੋਈ ਇਮਾਰਤ ਉਹਦੇ ਜਿੰਨੀ ਉੱਚੀ ਨਹੀਂ ਹੈ। ਦੁਨੀਆ ਦਾ ਕੋਈ ਵਿਅਕਤੀ ਜਪ ਤਪ ਕਰਕੇ, ਬੰਦਗੀ ਕਰਕੇ ਪਰਮੇਸ਼ਰ ਜਿੰਨਾ ਉੱਚਾ ਨਹੀਂ ਹੈ। ਦੁਨੀਆ ਦਾ ਕੋਈ ਵਿਅਕਤੀ ਧਨ ਕਰਕੇ, ਮਾਇਆ ਕਰਕੇ ਪਰਮੇਸ਼ਰ ਜਿੰਨਾ ਉੱਚਾ ਨਹੀਂ ਹੈ। ਪਰਮੇਸ਼ਰ ਸਭ ਤੋਂ ਉੱਚਾ ਹੈ, ਸਾਰਿਆਂ ਤੋਂ ਵੱਡਾ ਹੈ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕੇਸ਼ ਪਾਰਾ ਵਾਰਾ। ਗੁਰਬਾਣੀ ਦਾ ਬਚਨ, ਗੁਰਬਾਣੀ ਦਾ ਫਰਮਾਨ ਇਹ ਹੈ, ਪਰਮਾਤਮਾ ਭਾਈ ਸਭ ਤੋਂ ਉੱਚਾ ਹੈ। ਤੇ ਸਤਿਗੁਰੂ ਕਹਿਣ ਲੱਗੇ ਕਿ ਉਹ ਪਰਮਾਤਮਾ ਜਿਹੜਾ ਉੱਚਾ ਹੈ ਨਾ, ਉਹਨੂੰ ਫਿਰ ਮਿਲੀਏ ਕਿਵੇਂ? ਸਵਾਲ ਵੀ ਹੈ ਨਾ। ਜੇ ਮਹਾਰਾਜ ਦਾ ਬਚਨ ਉੜਤੇ ਕੋ ਉੜਤਾ ਮਿਲੇ, ਜੇ ਉੱਡਣ ਵਾਲਾ ਤੇ ਉਹਦੇ ਨਾਲ ਮਿਲਾਪ ਉੱਡਣ ਵਾਲੇ ਦਾ ਹੀ ਹੋ ਸਕਦਾ। ਜੇ ਕੋਈ ਗੱਡੀ ਤੇ ਚੱਲਣ ਵਾਲਾ ਤੇ ਗੱਡੀ ਵਾਲੇ ਨੂੰ ਤੁਸੀਂ ਫੜਨਾ ਚਾਹੁੰਦੇ ਹੋ, ਨਾਲ ਮਿਲਣਾ ਚਾਹੁੰਦੇ ਹੋ, ਤੁਹਾਨੂੰ ਵੀ ਗੱਡੀ ਤੇ ਹੀ ਬੈਠਣਾ ਪਵੇਗਾ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ ਦੌੜ ਕੇ ਫੜ ਲਵਾਂਗਾ। ਜਹਾਜ਼ ਤੇ ਚੱਲਣ ਵਾਲੇ ਨੂੰ ਜੇ ਫੜਨਾ ਹੈ, ਉਹਦੇ ਬਰਾਬਰ ਜਾਣਾ ਹੈ, ਤੇ ਜਹਾਜ਼ ਤੇ ਹੀ ਚੜ੍ਹਨਾ ਪਵੇਗਾ। ਉਹਦੇ ਬਰਾਬਰ ਦਾ ਸਾਧਨ ਹੋਣਾ ਚਾਹੀਦਾ, ਤਾਂ ਉਹਨੂੰ ਤੁਸੀਂ ਪਕੜ ਸਕਦੇ ਹੋ, ਜਾਂ ਤਾਂ ਤੁਸੀਂ ਉਹਦੇ ਨਾਲ ਉੱਥੇ ਪਹੁੰਚ ਸਕਦੇ। ਇੱਥੇ ਗੱਲ ਆ ਗਈ ਹੈ ਵੀ ਪਰਮੇਸ਼ਰ ਬੜਾ ਉੱਚਾ ਹੈ। ਹੁਣ ਉੱਚੇ ਪਰਮੇਸ਼ਰ ਨੂੰ ਮਿਲੀਏ ਕਿਵੇਂ? ਉੱਚੇ ਪਰਮੇਸ਼ਰ ਨੂੰ ਤਾਂ ਮਿਲਿਆ ਜਾਣਾ, ਤੈਨੂੰ ਗੁਣਾ ਕਰਕੇ ਉੱਚਾ ਹੋਣਾ ਪੈਣਾ। ਤੈਨੂੰ ਸ਼ੁਭ ਗੁਣ, ਦਇਆ, ਧਰਮ, ਸਤ, ਸੰਤੋਖ, ਨਾਮ ਸਿਮਰਨ, ਅੰਮ੍ਰਿਤ ਵੇਲਾ, ਪਰਉਪਕਾਰ, ਇਹ ਸਾਰੇ ਗੁਣ ਤੈਨੂੰ ਧਾਰਨ ਕਰਨੇ ਪੈਣਗੇ। ਗੁਣਾ ਕਰਕੇ ਉੱਚਾ ਹੋਵੇਗਾ ਤਾਂ ਉਸ ਉੱਚੇ ਨੂੰ ਮਿਲਿਆ ਜਾਣਾ। ਉਹ ਇੰਨਾ ਉੱਚਾ ਹੈ, ਜੇ ਉਹਨੂੰ ਮਿਲਣਾ ਚਾਹਣਾ ਤੂੰ ਵੀ ਦੁਨੀਆ ਤੋਂ ਉੱਚਾ ਹੋ। ਤੂੰ ਦੁਨੀਆ ਵਿੱਚੋਂ ਤੇ ਬਾਹਰ ਨਹੀਂ ਨਿਕਲਣਾ ਚਾਹੁੰਦਾ। ਮੈਂ ਆਹ ਕਰਮ ਕਰਾਂਗਾ ਗੁਰੂ ਦੇ ਆਖੇ ਲੱਗ ਕੇ, ਮੈਨੂੰ ਦੁਨੀਆ ਕੀ ਕਵੇ। ਜਿਵੇਂ ਚੂਹਾ ਨਿਕਲਦਾ ਨਾ ਖੁੱਡ ਵਿੱਚੋਂ, ਹੌਸਲਾ ਤੇ ਕਰਦਾ, ਮਾੜਾ ਜਿਹਾ ਬਾਹਰ ਆਇਆ, ਡਰ ਕੇ ਫਿਰ ਅੰਦਰ ਭੱਜ ਗਿਆ। ਕਦੇ ਕਦੇ ਮਨ ਕਰਦਾ ਵੀ ਮੈਂ ਆਹ ਚੰਗਾ ਕਰਮ ਕਰਾਂ, ਫਿਰ ਦੁਨੀਆ ਦਾ ਧਿਆਨ ਆ ਜਾਂਦਾ, ਲੋਕ ਕੀ ਆਖਣਗੇ, ਭੱਜ ਕੇ ਫਿਰ ਪਿੱਛੇ ਮੁੜ ਗਿਆ, ਫਿਰ ਦੁਨੀਆ ਵਿੱਚ ਹੀ ਜਾ ਕੇ ਵੜ ਗਿਆ। ਜਿਨ੍ਹਾਂ ਲੋਕਾਂ ਵਿੱਚੋਂ ਨਿਕਲਿਆ ਸੀ, ਜਿਸ ਸੁਸਾਇਟੀ ਵਿੱਚੋਂ ਨਿਕਲਿਆ ਸੀ, ਉਹਨਾਂ ਵਿੱਚ ਜਾ ਕੇ ਫਿਰ ਛੁਪ ਗਿਆ। ਮੈਂ ਵੱਖਰਾ ਨਾ ਹੋਵਾਂ। ਪਾਤਸ਼ਾਹ ਕਹਿਣ ਲੱਗੇ ਪਰਮੇਸ਼ਰ ਨੂੰ ਮਿਲਣਾ ਚਾਹਣਾ, ਤੈਨੂੰ ਦੁਨੀਆ ਨਾਲੋਂ ਵੱਖਰਾ ਹੋਣਾ ਪੈਣਾ, ਦੁਨੀਆ ਨਾਲੋਂ ਉੱਚਾ ਹੋਣਾ ਪੈਣਾ। ਸਿਧਾਂਤ ਕਰਕੇ, ਬਚਨ ਕਰਕੇ, ਉਪਦੇਸ਼ ਕਰਕੇ, ਕਮਾਈ ਕਰਕੇ ਤੈਨੂੰ ਦੁਨੀਆ ਨਾਲੋਂ ਉੱਚਾ ਹੋਣਾ ਪਵੇਗਾ। ਸ਼ੁਭ ਗੁਣਾਂ ਨੂੰ ਧਾਰਨ ਕਰਕੇ ਫਿਰ ਉਸ ਉੱਚੇ ਨੂੰ ਮਿਲੇਗਾ। ਕਿਵੇਂ ਮਿਲਾਂ ਪ੍ਰੀਤਮ ਪਿਆਰੇ? ਇੱਕ ਸਵਾਲ ਹੈ ਵੀ ਅਸੀਂ ਕਿਵੇਂ ਮਿਲੀਏ ਉਸ ਉੱਚੇ ਪਰਮਾਤਮਾ ਨੂੰ।
ਤੇ ਇਹ ਜਵਾਬ ਹੈ ਸਤ ਸੰਤੋਖ ਦਇਆ ਧਰਮ ਸ਼ੁਭ ਗੁਣਾਂ ਦੇ ਨਾਲ ਉਹਨੂੰ ਮਿਲਿਆ ਜਾਂਦਾ ਹੈ। ਸਤਿਗੁਰ ਮੇਲੇ ਤਾਂ ਸਹਿਜ ਮਿਲੇ ਫਿਰ ਰਾਖਿਆ ਔਰ ਧਾਰੇ। ਜਦੋਂ ਸਤਿਗੁਰਾਂ ਨੇ ਮਿਲਿਆ ਤੇ ਸਤਿਗੁਰੂ ਵੀ ਤੇ ਤਾਂ ਹੀ ਮਿਲਣਗੇ ਨਾ ਜੇ ਗੁਣ ਹੋਣਗੇ। ਤੇ ਜੇ ਔਗਣ ਹੀ ਚੱਕੀ ਫਿਰੇ ਵੀ ਮੈਂ ਤੇ ਗੁਰੂ ਦੀ ਗੱਲ ਮੰਨਣੀ ਨਹੀਂ ਹੈ, ਮੈਂ ਤੇ ਗੁਰੂ ਸਾਹਿਬ ਦੇ ਕਹਿਣੇ ਵਿੱਚ ਰਹਿਣਾ ਹੀ ਨਹੀਂ ਹੈ, ਮੈਂ ਤੇ ਗੁਰੂ ਦਾ ਬਚਨ ਕਮਾਉਣਾ ਹੀ ਨਹੀਂ, ਫਿਰ ਗੁਰੂ ਵੀ ਕਿਵੇਂ ਮਿਲੇਗਾ। ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲਾਗਈ ਜੋ ਬਾਂਸ ਬਜਾਈਐ ਫੂਕ। ਬਾਂਸ ਦੀ ਬੰਸਰੀ ਲੈ ਕੇ ਨਾ ਉਹਦੇ ਵਿੱਚ ਫੂਕ ਮਾਰੋ ਤੇ ਫਿਰ ਤੁਸੀਂ ਆਖੋ ਵੀ ਮੇਰੇ ਮੂੰਹ ਦੀ ਫੂਕ ਇਹਦੇ ਵਿੱਚ ਖਲੋਤੀ ਰਹੇਗੀ, ਨਹੀਂ, ਉਹਦੇ ਵਿੱਚ ਕਈ ਛੇਕ ਨੇ, ਝਾਟੀ ਮੂੰਹ ਦੀ ਹਵਾ ਬਾਹਰ ਨਿਕਲ ਜਾਣੀ ਹੈ। ਸਤਿਗੁਰੂ ਤੇ ਉਪਦੇਸ਼ ਦਿੰਦਾ ਪਿਆ, ਦੇ ਰਹੇ ਨੇ ਉਪਦੇਸ਼, ਪਰ ਸਾਡੀ ਹਾਲਤ ਉਸ ਬਾਂਸਰੀ ਵਰਗੀ ਹੈ। ਬਾਂਸਰੀ ਵਿੱਚ ਕਿੰਨੇ ਛੇਕ ਹੁੰਦੇ ਨੇ, ਬਾਂਸ ਦੇ ਵਿੱਚ ਆਰ ਪਾਰ ਦਿਸਦਾ ਪਿਆ। ਸਾਡੀ ਹਾਲਤ ਉਹ ਬਾਂਸ ਵਰਗੀ, ਬਾਂਸਰੀ ਵਰਗੀ ਹੈ। ਗੁਰੂ ਬਚਨ ਤੇ ਸਾਨੂੰ ਦੇ ਰਿਹਾ, ਅਸੀਂ ਇੱਕ ਕੰਨ ਵਿੱਚੋਂ ਪਾਇਆ, ਨਾਲ ਹੀ ਸਾਡੇ ਸਰੀਰ ਦੇ ਕਿੰਨੇ ਰਸਤੇ ਨੇ ਉਹਨਾਂ ਵਿੱਚੋਂ ਬਚਨ ਬਾਹਰ ਵੀ ਕੱਢ ਦਿੱਤਾ, ਕਮਾਇਆ ਨਹੀਂ। ਫਿਰ ਗੁਰੂ ਕੀ ਕਰੇਗਾ? ਗੁਰੂ ਵੀ ਤੇ ਤਾਂ ਕਰੇਗਾ ਨਾ ਜੇ ਤੂੰ ਬਚਨ ਕਮਾਵੇਂਗਾ, ਸਮਰੱਥਾ ਰੱਖੇਗਾ ਬਚਨ ਨੂੰ ਝੱਲਣ ਦੀ। ਮਹਾਰਾਜ ਕਹਿਣ ਲੱਗੇ ਸਤਿਗੁਰ ਮਿਲੀ ਤਾਂ ਸਹਿਜ ਮਿਲੀ। ਗੁਰੂ ਤੈਨੂੰ ਮਿਲਾਵੇਗਾ ਪਰ ਉਦੋਂ ਜਦੋਂ ਬਚਨ ਮੰਨੇਗਾ। ਤੇ ਫਿਰ ਜਿਹੜੇ ਗੁਰੂ ਦਾ ਬਚਨ ਮੰਨਦੇ ਉਹ ਸਹਿਜੇ ਹੀ ਮਿਲ ਜਾਂਦੇ। ਸੱਚ ਰੱਖਿਆ ਔਰ ਧਾਰੇ, ਉਹਨਾਂ ਨੇ ਸੱਚ ਸਰੂਪ ਪਰਮਾਤਮਾ ਨੂੰ ਹਿਰਦੇ ਵਿੱਚ ਧਾਰਿਆ ਹੈ। ਸਦਾ ਔਰ ਧਾਰੇ ਨੇਹੋ ਨਾਲ ਪਿਆਰੇ ਸਤਿਗੁਰ ਤੇ ਫਿਰ ਦਿਸਾ। ਜਿਨ੍ਹਾਂ ਨੇ ਸਦਾ ਵਾਸਤੇ ਉਸ ਪਰਮਾਤਮਾ ਨੂੰ ਧਾਰਨ ਕੀਤਾ ਹੈ, ਆਪਣੇ ਮਨ ਕਰਕੇ ਪਰਮੇਸ਼ਰ ਦੇ ਨਾਲ ਜਿਹੜੇ ਗੁਰਮੁਖ ਪਿਆਰ ਕਰਦੇ ਨੇ, ਉਹਨਾਂ ਨੇ ਸਤਿਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦੇ ਦਰਸ਼ਨ ਕਰ ਲਏ। ਸਤਿਗੁਰ ਤੇ ਗੁਰੂ ਦੀ ਕਿਰਪਾ ਦੇ ਨਾਲ ਪਿਰ ਦਿਸੈ। ਪਿਰ ਕਹਿੰਦੇ ਪਰਮਾਤਮਾ ਜੋ ਪਤੀ ਹੈ, ਉਹਦੇ ਦਰਸ਼ਨ ਤਾਂ ਹੁੰਦੇ ਜੇ ਸੱਚ ਨੂੰ ਹਿਰਦੇ ਵਿੱਚ ਧਾਰਨ ਕਰਕੇ ਗੁਰੂ ਦੇ ਕੀਤੇ ਬਚਨਾਂ ਨੂੰ ਕਮਾਉਂਦਾ ਹੈ। ਮਾਇਆ ਮੋਹ ਕਾ ਕੱਚਾ ਚੋਲਾ ਤਿਤ ਪੈਦੈ ਪਗ ਫਿਸੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਇਆ ਦਾ ਮੋਹ ਇਹ ਜਿਹੜਾ ਨਾ ਧਾਰਨ ਕੀਤਾ ਹੋਇਆ, ਇਹ ਕੱਚਾ ਚੋਲਾ, ਕੱਚਾ ਪੁਸ਼ਾਕਾ ਪਾਈ ਬੈਠਾ, ਮਾਇਆ ਦਾ ਮਾਣ, ਮੇਰੇ ਕੋਲ ਇੰਨੀ ਮਾਇਆ, ਮੇਰੇ ਕੋਲ ਇੰਨਾ ਧਨ ਹੈ, ਮੇਰੇ ਕੋਲ ਇੰਨੀ ਜਗੀਰ ਹੈ। ਇਹ ਜਿਹੜਾ ਮਾਇਆ ਦਾ ਲਾਲਚ ਕਰਕੇ, ਮਾਇਆ ਇਕੱਠੀ ਕਰਕੇ ਫਿਰ ਉਹਦੀ ਹਉਮੈ ਬਣਾਉਂਦਾ ਪਿਆ ਨਾ, ਉਹਦਾ ਦਬਕਾ ਬਣਾਉਂਦਾ ਪਿਆ, ਰੋਹ ਬਣਾਉਂਦਾ ਪਿਆ ਵੀ ਮੇਰੇ ਕੋਲ ਇੰਨੀ ਮਾਇਆ ਹੈ। ਪਾਤਸ਼ਾਹ ਕਹਿਣ ਲੱਗੇ ਮਾਇਆ ਦਾ ਰੋਹ ਰੂਪੀ ਚੋਲਾ ਤੇ ਕੱਚਾ ਹੀ ਹੈ ਭਾਈ। ਇਹ ਅੱਜ ਤੇਰੇ ਕੋਲ ਹੈ, ਕੱਲ ਨੂੰ ਕੋਈ ਪਤਾ ਨਹੀਂ। ਜਿਸ ਮਾਇਆ ਦਾ ਰੋਹ ਮਾਰਦਾ ਪਿਆ ਕੱਲ ਨੂੰ ਰਵੇ ਕਿ ਤੇਰੇ ਕੋਲ ਨਾ ਰਵੇ। ਇਹ ਮਾਇਆ ਦਾ ਚੋਲਾ ਕੀ ਹੈ? ਪਦਵੀ। ਅੱਜ ਮੇਰੇ ਕੋਲ ਪਦਵੀ ਹੈ, ਅੱਜ ਮੇਰੇ ਕੋਲ ਅਹੁਦਾ ਹੈ, ਮੈਂ ਇਹ ਕਰ ਦਿਆਂਗਾ, ਪਰ ਇਹ ਨਹੀਂ ਪਤਾ ਵੀ ਕੱਲ ਨੂੰ ਇਹ ਅਹੁਦਾ, ਇਹ ਰੂਪ ਰਹਿਣਾ ਹੈ ਕਿ ਨਹੀਂ ਰਹਿਣਾ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਕਹਿਣ ਲੱਗੇ ਕਿ ਭਾਈ ਪਿਆਰਿਆ ਬਚਨ ਇਹ ਹੈ ਮਾਇਆ ਕਾ ਜਿਹੜਾ ਮੋਹ ਕਰਨਾ ਹੈ ਇਹ ਕੱਚਾ ਹੀ ਚੋਲਾ ਹੈ। ਇਹ ਹਉਮੈ ਕਰੀ ਬੈਠਾ ਜਿਤ ਪੈਦੇ ਪੱਗ ਖਿਸੈ। ਇਸ ਮਾਇਆ ਦੇ ਮੋਹ ਨੂੰ ਧਾਰਨ ਕਰਕੇ ਜਿਹੜਾ ਪੱਗ ਪੈਰ ਹੈ ਨਾ, ਇਹ ਪਰਮਾਤਮਾ ਦੇ ਸਿਮਰਨ ਦੇ ਵੱਲੋਂ ਪਿੱਛੇ ਨੂੰ ਖਿਸਕਦਾ ਜਾਂਦਾ। ਕਿਉਂ? ਸਤਿਗੁਰੂ ਨੇ ਤੇ ਆਖਿਆ ਵੀ ਮੋਹ ਛੱਡ ਕੇ ਸਿਮਰਨ ਵਾਲੇ ਪਾਸੇ ਲੱਗ। ਅਸੀਂ ਆਖਦੇ ਹਾਂ ਵੀ ਪਹਿਲਾਂ ਮੋਹ ਕਰੀਏ ਮਾਇਆ ਨਾਲ, ਸਿਮਰਨ ਫਿਰ ਕਰਾਂਗੇ। ਮਹਾਰਾਜ ਕਹਿੰਦੇ ਪੈਰ ਨਹੀਂ ਟਿਕਣਾ, ਖਿਸਕ ਜਾਣਾ, ਤੇਰਾ ਪੈਰ ਸਲਿੱਪ ਹੋ ਜਾਣਾ, ਤੂੰ ਤਿਲਕ ਜਾਏਗਾ। ਮਾਇਆ ਦਾ ਮੋਹ ਪਾ ਕੇ ਪਰਮਾਤਮਾ ਵੱਲ ਨਹੀਂ ਉਹ ਤੁਰਿਆ ਜਾਣਾ। ਪੰਕ ਜੋ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ। ਗੁਰਬਾਣੀ ਦਾ ਫਰਮਾਨ ਹੈ ਸੰਸਾਰ ਦੇ ਵਿੱਚ ਵਿਕਾਰਾਂ ਦਾ ਚਿੱਕੜ, ਤੇ ਵਿਕਾਰਾਂ ਦੇ ਚਿੱਕੜ ਵਿੱਚ ਸਾਡਾ ਮਨ ਰੂਪੀ ਪੈਰ ਫਸਿਆ ਹੋਇਆ, ਅਸੀਂ ਵੇਖਦੇ ਪਏ ਹਾਂ। ਮਹਾਰਾਜ ਕਹਿਣ ਲੱਗੇ ਪਤਾ ਨਹੀਂ ਕਿੰਨੇ ਕੁ ਦੁਨੀਆ 'ਚ ਆਏ, ਕਿੰਨੇ ਕੁ ਇਸ ਮਾਇਆ ਦੇ ਚਿੱਕੜ ਵਿੱਚ ਫਸ ਕੇ ਮਰ ਕੇ ਗਲਤਾਨ ਹੋ ਗਿਆ, ਨਿਕਲਿਆ ਵਿੱਚੋਂ ਕੋਈ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਇਆ ਕਾ ਮੋਹ, ਇਹ ਜਿਹੜਾ ਚੋਲਾ ਹੈ ਨਾ ਮਾਇਆ ਦੇ ਮੋਹ ਦਾ, ਕੱਚਾ ਪੁਸ਼ਾਕਾ ਪਾਈ ਬੈਠਾ ਗਲ ਵਿੱਚ, ਇਹ ਨਾਲ ਨਹੀਂ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਰੱਬ ਵੱਲੋਂ ਪੈਰ ਪਿੱਛੇ ਨੂੰ ਹੀ ਖਿਸਕਣਾ, ਅੱਗੇ ਨੂੰ ਨਹੀਂ ਵਧਣਾ। ਫਿਰ ਬਖਸ਼ਿਸ਼ ਕਰਦੇ ਹਨ ਮਾਇਆ ਮੋਹ ਕਾ ਕੱਚਾ ਚੋਲਾ ਤਿਤ ਪੈਦੇ ਪਗ ਖਿਸੈ। ਸਤਿਗੁਰੂ ਬਖਸ਼ਿਸ਼ ਕਰਦੇ ਮਾਇਆ ਦਾ ਮੋਹ ਕੀ ਹੈ? ਇਹ ਸਾਡਾ ਸਰੀਰ। ਸਰੀਰ ਵੀ ਤੇ ਮਾਇਆ ਤੋਂ ਬਣਿਆ, ਸਰੀਰ ਵੀ ਮਾਇਆ ਹੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਸਰੀਰ ਜਿਹੜਾ ਹੈ ਨਾ ਇਹ ਵੀ ਕੱਚਾ ਚੋਲਾ ਹੀ ਹੈ, ਸਦਾ ਨਹੀਂ ਉਹ ਰਹਿਣ ਵਾਲਾ ਤੇਰੇ ਕੋਲ।
ਕੱਚੇ ਮਕਾਨ ਦੇ ਉੱਪਰ ਬਰਸਾਤ ਹੋਵੇਗੀ, ਅੱਧਾ ਖੁਰੇਗਾ, ਦੁਬਾਰਾ ਫਿਰ ਹੋਵੇਗੀ, ਫਿਰ ਹੋਰ ਖੁਰ ਜਾਏਗਾ, ਫਿਰ ਬਰਸਾਤ ਹੋਵੇਗੀ, ਕੱਚਾ ਮਕਾਨ ਢਹਿ ਹੀ ਜਾਏਗਾ। ਅੱਜ ਆਪਾਂ ਕੱਚੇ ਮਕਾਨਾਂ ਵਿੱਚ ਕਿਉਂ ਨਹੀਂ ਰਹਿੰਦੇ, ਪੱਕਿਆਂ ਵਿੱਚ ਹੀ ਕਿਉਂ ਰਹਿੰਦੇ? ਸਾਨੂੰ ਪਤਾ ਹੈ ਪੱਕੇ ਮਕਾਨ ਦੀ ਇੱਕ ਬੁਨਿਆਦ ਹੈ, ਕੋਈ 50 ਸਾਲ ਕੋਈ 100 ਸਾਲ ਕੱਢੇਗਾ, ਪਰ ਕੱਚੇ ਮਕਾਨ ਦੀ ਕੋਈ ਬੁਨਿਆਦ ਨਹੀਂ ਹੁੰਦੀ। ਕਿਸੇ ਵੀ ਨਕਸ਼ੇ ਵਾਲੇ ਕੋਲੋਂ, ਕਿਸੇ ਵੀ ਵਿਅਕਤੀ ਦੇ ਕੋਲੋਂ ਕਹੋ ਵੀ ਕੱਚਾ ਮਕਾਨ ਬਣਾ ਕੇ ਸਾਨੂੰ ਬੁਨਿਆਦ ਲਿਖ ਕੇ ਦੇਵੇ, ਨਹੀਂ ਦੇਵੇਗਾ। ਮਹਾਰਾਜ ਕਹਿੰਦੇ ਸਰੀਰ ਤੇਰਾ ਕੱਚੇ ਮਕਾਨ ਵਰਗਾ ਹੈ, ਕੋਈ ਪਤਾ ਨਹੀਂ ਹੋ ਕਦੋਂ ਕਾਲ ਦਾ ਮੀਂਹ ਪੈਣਾ ਤੇ ਇਹ ਕੱਚਾ ਚੋਲਾ ਸਰੀਰ ਜਿਹੜਾ ਤੇਰੇ ਹੱਥੋਂ ਨਿਕਲ ਜਾਏਗਾ, ਕਦੋਂ ਤੇਰੇ ਕੋਲੋਂ ਛੁੱਟ ਜਾਣਾ ਹੈ। ਫਿਰ ਰੰਗ ਰਾਤਾ ਸੋ ਸੱਚਾ ਚੋਲਾ ਤਿਤ ਪੈਦੇ ਤਿਖਾਨ ਵਾਲੇ। ਜਿਹੜੇ ਪਰਮਾਤਮਾ ਦੇ ਨਾਲ ਰੰਗੇ ਗਏ ਨੇ ਉਹਨਾਂ ਦਾ ਚੋਲਾ ਜਿਹੜਾ ਹੈ ਨਾ ਭਾਈ ਉਹ ਸੱਚਾ ਹੋ ਗਿਆ। ਨਾਮ ਜਪਣ ਵਾਲਿਆਂ ਦਾ ਉਹਨਾਂ ਦੇ ਪਦਾਰਥਾਂ ਦੀ ਤ੍ਰਿਸ਼ਨਾ ਦੀ ਤ੍ਰੇਹ ਜਿਹੜੀ ਦੂਰ ਹੋ ਜਾਂਦੀ ਹੈ। ਪ੍ਰਭ ਮੇਰਾ ਸਾਹਿਬ ਸਭ ਤੋਂ ਉੱਚਾ ਹੈ, ਕਿਉਂ ਮਿਲਾਂ ਪ੍ਰੀਤਮ ਪਿਆਰੇ। ਉਹ ਪਰਮਾਤਮਾ ਭਾਈ ਜਿਹੜਾ ਸਾਡਾ, ਜਿਸ ਨੂੰ ਅਸੀਂ ਆਪਣਾ ਬਣਾਇਆ, ਉਹ ਸਾਰਿਆਂ ਤੋਂ ਉੱਚਾ, ਉਹਨੂੰ ਕਿਵੇਂ ਮਿਲੀਏ? ਇਸ ਤਰ੍ਹਾਂ ਮਿਲੀਏ। ਜਿਹੜਾ ਆਪਾਂ ਇਹ ਪੌੜੀ ਸ਼ਬਦ ਦੀ ਸਰਵਣ ਕੀਤੀ ਹੈ ਨਾ, ਇਹਦੇ ਵਿੱਚ ਦੱਸਿਆ ਮਾਇਆ ਦੇ ਮੋਹ ਦਾ ਚੋਲਾ ਛੱਡ, ਪਰਮਾਤਮਾ ਦੀ ਬੰਦਗੀ ਕਰ। ਇਹ ਸਰੀਰ ਰੂਪੀ ਚੋਲਾ ਨਹੀਂ ਹੋ ਰਹਿਣਾ, ਇਹ ਪਦਵੀਆਂ ਦਾ ਹੰਕਾਰ ਨਾ ਕਰ, ਮਾਇਆ ਦਾ ਧਨ ਦਾ ਹੰਕਾਰ ਨਾ ਕਰ, ਰਹਿਣਾ ਨਹੀਂ ਹੋ, ਰੱਬ ਦਾ ਨਾਮ ਜਪ। ਇਸ ਤਰ੍ਹਾਂ ਉਹਨੂੰ ਮਿਲਿਆ ਜਾਣਾ। ਪਹਿਲਾਂ ਸਵਾਲ ਕੀਤਾ ਵੀ ਕਿਉਂ ਮਿਲੀਏ ਏਡੇ ਵੱਡੇ ਰੱਬ ਨੂੰ, ਫਿਰ ਜਵਾਬ ਦਿੱਤਾ ਵੀ ਇਸ ਤਰੀਕੇ ਨਾਲ ਉਸ ਨੂੰ ਮਿਲਿਆ ਜਾ ਸਕਦਾ ਹੈ। ਮੈਂ ਪ੍ਰਭ ਸੱਚ ਪਛਾਣਿਆ ਹੋਰ ਭੁੱਲੇ ਅਵਗਣਿਆਰੇ। ਪਰਮਾਤਮਾ ਨੂੰ ਸੱਚ ਜਾਣ ਕੇ ਪਛਾਣ ਲਿਆ, ਬਾਕੀ ਤੇ ਔਗਣ ਵਾਲੇ ਜਿਹੜੇ ਜੀਵ ਨੇ ਨਾ ਉਹ ਰੱਬ ਨੂੰ ਭੁੱਲੇ ਹੋਏ ਹਨ। ਮੈਂ ਸਦਾ ਰਾਵੇ ਫਿਰ ਆਪਣਾ ਸੱਚੜੇ ਸ਼ਬਦ ਵਿਚਾਰੇ। ਇਹਨਾਂ ਨੇ ਸੱਚੇ ਸ਼ਬਦ ਦੀ ਵਿਚਾਰ ਕੀਤੀ ਹੈ, ਪਰਮਾਤਮਾ ਨੂੰ ਆਪਣਾ ਜਾਣਿਆ, ਉਹ ਭਾਈ ਉਸ ਨੂੰ ਰਾਵੇ ਕਹੀਏ ਭੋਗਦੇ ਹਨ। ਸੱਚੇ ਸ਼ਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਿਗੁਰ ਪ੍ਰੀਤਮ ਪਾਇਆ। ਇਹਨਾਂ ਜੀਵ ਰੂਪ ਇਸਤਰੀਆਂ ਨੇ ਪਰਮਾਤਮਾ ਦੇ ਨਾਮ ਰੂਪੀ ਰੰਗ ਨੂੰ ਚੜਾਇਆ ਹੈ, ਗੁਰੂ ਦੇ ਸੱਚੇ ਸ਼ਬਦ ਨੂੰ ਕਮਾਇਆ ਹੈ। ਉਹ ਪਰਮਾਤਮਾ ਨੂੰ ਮਿਲ ਕੇ ਤੇ ਉਹਨਾਂ ਨੇ ਉਸ ਨੂੰ ਪ੍ਰਾਪਤ ਕਰ ਲਿਆ ਹੈ। ਅੰਤਰ ਰੰਗ ਰਾਤੀ ਸਹਿਜ ਮਾਤੀ ਗਿਆ ਦੁਸ਼ਮਨ ਦੁਖ ਸੁਭਾਇਆ। ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਰੰਗ ਰਤੇ ਲੱਗਾ ਹੈ, ਉਹ ਸਹਿਜ ਹੀ ਉਸ ਰੰਗ ਵਿੱਚ ਮਸਤ ਹੋ ਗਏ, ਪ੍ਰੇਮ ਦੇ ਵਿੱਚ। ਉਹਨਾਂ ਦੇ ਸਾਰੇ ਦੁਸ਼ਮਣ ਦੂਰ ਹੋ ਗਏ, ਉਹਨਾਂ ਦੇ ਸਾਰੇ ਦੁੱਖ ਵੀ ਦੂਰ ਹੋ ਗਏ ਜਿਹੜੇ ਪਰਮਾਤਮਾ ਦੀ ਕਮਾਈ ਵਿੱਚ ਪਏ ਹਨ। ਆਪਣੇ ਗੁਰ ਕੋ ਤਨ ਮਨ ਦੀਜੇ ਤਾ ਮਨ ਭੀਜੇ ਤ੍ਰਿਸ਼ਨਾ ਦੁਖ ਨਿਵਾਰੇ। ਆਪਣੇ ਗੁਰੂ ਦੇ ਅੱਗੇ ਤਨ ਭੇਟ ਕਰਦੇ, ਆਪਣੇ ਗੁਰੂ ਦੇ ਅੱਗੇ ਮਨ ਭੇਟ ਕਰ। ਸਤਿਗੁਰ ਆਗੈ ਸੀਸ ਭੇਟ ਦਿਓ, ਆਪਣਾ ਸੀਸ ਵੀ ਜੇ ਦੇਣਾ ਪਵੇ ਤੇ ਉਹ ਵੀ ਭੇਟਾ ਕਰਦੇ, ਤਨ ਮਨ ਭੇਟ ਕਰਕੇ। ਤੇ ਪਾਤਸ਼ਾਹ ਕਹਿਣ ਲੱਗੇ ਜੇ ਤੇਰਾ ਮਨ ਫਿਰ ਵੀ ਭਿੱਜ ਗਿਆ ਨਾ, ਸੀਸ ਭੇਟ ਕਰਕੇ ਵੀ ਮਨ ਵਿੱਚ ਮਾਨ ਨਾ ਆਵੇ। ਭਾਈ ਸੰਮਣ ਤੇ ਮੂਸਣ ਦੀ ਸਾਖੀ ਪੜ੍ਹਦੇ ਹਨ, ਤੇ ਭਾਈ ਮੂਸਣ ਜੀਆਂ ਨੇ ਆਪਣਾ ਸਿਰ ਵੱਢ ਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਸੇਵਾ ਵਿੱਚ ਲਾ ਦਿੱਤਾ। ਜਦੋਂ ਸੇਵਾ ਤੋਂ ਮਹਾਰਾਜ ਪ੍ਰਸੰਨ ਹੋਏ ਤੇ ਕਹਿਣ ਲੱਗੇ ਮਹਾਰਾਜ ਉਪਦੇਸ਼ ਦੇਵੋ। ਤੇ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਕਹਿਣ ਲੱਗੇ ਸੰਮਣ ਕਿਤੇ ਹੰਕਾਰ ਨਾ ਕਰੀ ਵੀ ਮੇਰੇ ਪੁੱਤਰ ਨੇ ਗੁਰੂ ਵਾਸਤੇ ਸਿਰ ਕੁਰਬਾਨ ਕੀਤਾ। ਸੰਮਣ ਜਿਉ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ, ਰਾਵਣ ਹੁੰਤੇ ਸੋ ਰੰਕ ਨੈ ਜਿਨ ਸਿਰ ਦੀਨੇ ਕਾਟ। ਤੂੰ ਇੱਕ ਸਿਰ ਦੀ ਗੱਲ ਕਰਦਾ, ਇੱਥੇ ਰਾਵਣ ਵਰਗਿਆਂ ਨੇ 10 ਵੱਢ ਕੇ ਦੇ ਛੱਡੇ ਨੇ। ਸਿਰ ਦੇ ਕੇ ਵੀ ਹੰਕਾਰ ਨਾ ਕਰ ਲਈ ਵੀ ਮੈਂ ਬੜੀ ਵੱਡੀ ਸੇਵਾ ਕਰੀ ਬੈਠਾ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਜਿਨ੍ਹਾਂ ਨੇ ਆਪਣਾ ਤਨ ਤੇ ਮਨ ਦਿੱਤਾ ਹੈ ਨਾ, ਤਨ ਮਨ ਦੇ ਕੇ ਵੀ ਮਨ ਵਿੱਚ ਇਹ ਨਾ ਸੋਚੇ ਵੀ ਮੈਂ ਦਈ ਬੈਠਾ। ਨਿਮਰਤਾ ਦੇ ਨਾਲ ਜਿਨ੍ਹਾਂ ਦੇ ਆਪਣੇ ਮਨ ਨੂੰ ਗੁਰੂ ਦੇ ਉਪਦੇਸ਼ ਵਿੱਚ ਭਿੱਜਿਆ ਹੈ, ਜਿਹੜਾ ਉਸ ਦੀ ਤ੍ਰਿਸ਼ਨਾ ਦੀ ਤੇ ਦੁੱਖ ਦੇ ਜਿਹੜੇ ਸਾਰੇ ਔਗਣ ਨੇ ਦੂਰ ਹੋ ਜਾਂਦੇ ਹਨ। ਮੈਂ ਫਿਰ ਸੱਚ ਪਛਾਣਿਆ ਹੋਰ ਭੁੱਲੇ ਅਵਗਣਿਆਰੇ। ਪਰਮਾਤਮਾ ਨੂੰ ਸੱਚ ਪਛਾਣ ਕੇ ਉਹਦੀ ਪ੍ਰਾਪਤੀ ਕਰ ਲਈ ਹੈ, ਬਾਕੀ ਜੀਵ ਤੇ ਔਗਣਾਂ ਵਿੱਚ ਭੁੱਲੇ ਹੋਏ ਹਨ। ਸੱਚੜੇ ਆਪ ਜਗਤੋਂ ਪਾਇਆ ਗੁਰ ਬਿਨ ਘੋਰ ਅੰਧਾਰੋ। ਅਕਾਲ ਪੁਰਖ ਨੇ ਆਪ ਸੰਸਾਰ ਪੈਦਾ ਕੀਤਾ, ਗੁਰੂ ਤੋਂ ਬਿਨਾਂ ਤੇ ਸੰਸਾਰ ਵਿੱਚ ਘੁੱਪ ਹਨੇਰਾ, ਭਿਆਨਕ ਹਨੇਰਾ ਗਿਆਨਤਾ ਦਾ ਹੈ। ਆਪ ਮਿਲਾਏ ਆਪ ਮਿਲੈ ਆਪੇ ਦੇ ਪਿਆਰੋ। ਜਿਸ ਵੇਲੇ ਗੁਰੂ ਕਿਰਪਾ ਕਰਦਾ ਹੈ
ਉਸ ਵੇਲੇ ਕੀ ਹੁੰਦਾ ਹੈ, ਆਪ ਮਿਲੇ, ਜਗਿਆਸੂ ਬਣ ਕੇ ਆਪ ਮਿਲਦਾ ਹੈ, ਗੁਰੂ ਬਣ ਕੇ ਪਿਆਰ ਦਿੰਦਾ ਹੈ, ਪਰਮੇਸ਼ਰ ਬਣ ਕੇ ਆਪਣੀ ਪ੍ਰਾਪਤੀ ਆਪ ਕਰਵਾਉਂਦਾ ਹੈ। ਆਪੇ ਦੇ ਪਿਆਰੋ ਸਹਿਜ ਵਪਾਰੋ ਗੁਰਮੁਖ ਜਨਮ ਸਵਾਰੇ। ਉਹਨਾਂ ਨੂੰ ਪਿਆਰ ਮਿਲਿਆ, ਉਹਨਾਂ ਨੇ ਸਹਿਜ ਦਾ ਵਪਾਰ ਕੀਤਾ, ਸ਼ਾਂਤੀ ਉਹਨਾਂ ਨੂੰ ਪ੍ਰਾਪਤ ਹੋਈ ਹੈ, ਗੁਰਮੁਖਾਂ ਨੇ ਜਨਮ ਨੂੰ ਸਵਾਰ ਲਿਆ ਬੰਦਗੀ ਕਰਕੇ। ਧਨ ਜਗ ਮੈਂ ਆਇਆ ਆਪ ਗਵਾਇਆ ਦਰ ਸਾਚੇ ਸਤਿਆਰੋ। ਸੰਸਾਰ ਵਿੱਚ ਆਇਆ ਭਾਈ ਧਨ ਉਹ ਹੈ ਜਿਹਨੇ ਆਪ ਹੰਕਾਰ ਨੂੰ ਗਵਾ ਲਿਆ। ਹੰਕਾਰ ਗਵਾਉਣਾ ਬੜਾ ਔਖਾ, ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਹੀ ਜਾਂਦਾ। ਮੇਰੇ ਵਰਗੀ ਚੱਪਲ ਨਹੀਂ ਕਿਸੇ ਨੇ ਪਾਈ, ਮੇਰੇ ਵਰਗਾ ਸੂਟ ਨਹੀਂ ਕਿਸੇ ਨੇ ਪਾਇਆ, ਮੇਰੇ ਵਰਗੀ ਟੌਰ ਨਹੀਂ ਹੈ ਕਿਸੇ ਕੋਲ, ਮੇਰੇ ਵਰਗਾ ਧਨ ਨਹੀਂ ਹੈ ਕਿਸੇ ਕੋਲ। ਕਿਸੇ ਨਾ ਕਿਸੇ ਰੂਪ ਵਿੱਚ ਹੰਕਾਰ ਆਉਂਦਾ, ਪਰ ਜਿਨ੍ਹਾਂ ਨੇ ਹੰਕਾਰ ਨੂੰ ਗਵਾ ਲਿਆ, ਪਾਤਸ਼ਾਹ ਕਹਿਣ ਲੱਗੇ ਭਾਈ ਉਹਨਾਂ ਨੇ ਉਹ ਸੱਚੇ ਪ੍ਰਮਾਤਮਾ ਨੂੰ ਪਾਇਆ ਹੈ। ਗਿਆਨ ਰਤਨ ਘਟ ਚਾਨਣ ਹੋਆ ਨਾਨਕ ਨਾਮ ਪਿਆਰੋ। ਜਿਨ੍ਹਾਂ ਨੇ ਨਾਮ ਦੇ ਨਾਲ ਪਿਆਰ ਕੀਤਾ ਹੈ, ਉਹਨਾਂ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਸੱਚੇ ਆਪ ਜਗ ਤੋਂ ਪਾਇਆ ਗੁਰ ਬਿਨ ਘੋਰ ਅੰਧਾਰੋ। ਉਸ ਸੱਚੇ ਅਕਾਲ ਪੁਰਖ ਨੇ ਆਪ ਸੰਸਾਰ ਪੈਦਾ ਕੀਤਾ ਭਾਈ, ਉਹਦੇ ਬਿਨਾ ਸੰਸਾਰ ਵਿੱਚ ਵੀ ਘੋਪਾ ਹਨੇਰਾ ਹੀ ਹੈ। ਜਦੋਂ ਉਹ ਬਖਸ਼ਿਸ਼ ਕਰਦਾ, ਜਿਨ੍ਹਾਂ ਨੂੰ ਗਿਆਨ ਦੇ ਉਹਨੇ ਜਿਹੜੇ ਨੇ ਨੇਤਰ ਬਖਸ਼ਿਸ਼ ਕੀਤੇ ਨੇ, ਵੈਰਾਗ ਦੇ ਨੇਤਰ ਜਿਨ੍ਹਾਂ ਨੂੰ ਬਖਸ਼ਿਸ਼ ਕੀਤੇ, ਉਹਨਾਂ ਵਾਸਤੇ ਹੀ ਪ੍ਰਕਾਸ਼ ਹੋਇਆ। ਬਾਕੀ ਦੁਨੀਆ ਵਾਸਤੇ ਸੰਸਾਰ ਵਿੱਚ ਘੋਪਾ ਹਨੇਰਾ ਹੀ ਹੈ। ਸਤਿਗੁਰਾਂ ਨੇ ਰਹਿਮਤ ਕੀਤੀ ਹੈ, ਉਪਦੇਸ਼ ਹਿਰਦੇ ਵਸੇ, ਸਾਡਾ ਭਲਾ ਹੋਵੇ। ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਗਿਆਨ ਰਤਨ ਘਟ ਚਾਨਣ ਹੋਆ ਨਾਨਕ ਨਾਮ ਪਿਆਰੋ। ਸੱਚੜੇ ਆਪ ਜਗ ਤੋਂ ਪਾਇਆ ਗੁਰ ਬਿਨ ਘੋਰ ਅੰਧਾਰੋ। ਵਾਹਿਗੁਰੂ ਜੀ ਕਾ ਖਾਲਸਾ।